ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਭਾਈ ਸਾਹਿਬ ਜੀ ਪਾਸੋਂ ਸਰਵਨ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਸਾਂਝ ਪਾਉਣ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ, ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਚਵਰ ਛਤਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਜੁੜਨ ਦਾ ਯਤਨ ਕਰੀਏ। ਭਗਤ ਸਾਹਿਬਾਨ ਬਾਣੀ ਦੇ ਰਾਹੀਂ ਜੋ ਸਾਨੂੰ ਸਮਝਾਉਣਾ ਚਾਹੁੰਦੇ ਨੇ, ਇੱਕ ਮਨ ਇੱਕ ਚਿੱਤ ਹੋ ਕੇ ਸਮਝਣ ਦਾ ਯਤਨ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਤਾ ਰਹਾਉ। ਆਪ ਜੀ ਰੋਜ਼ਾਨਾ ਇਸ ਅਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਦੇ ਆ ਰਹੇ ਹੋ। 15 ਭਗਤਾਂ ਵਿੱਚੋਂ ਭਗਤ ਰਵਿਦਾਸ ਜੀ ਦਾ ਪਾਵਨ ਸ਼ਬਦ ਸ਼੍ਰੀ ਰਾਗ ਦੇ ਵਿੱਚ ਜੋ ਆਪ ਜੀਆਂ ਨੇ ਸਰਵਨ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 93 ਦੇ ਉੱਪਰ ਸੁਭਾਈਮਾਨ ਹੈ। ਭਗਤ ਰਵਿਦਾਸ ਜੀ ਇਸ ਪਾਵਨ ਸ਼ਬਦ ਦੇ ਅੰਦਰ ਜੋ ਰਹਾਉ ਵਾਲੀ ਪੰਕਤੀ, ਰਹਾਉ ਦਾ ਮਤਲਬ ਵਿਸ਼ਰਾਮ, ਰੁਕ ਕੇ ਸਮਝ ਕੇ ਚੱਲਣਾ, ਕਿ ਹੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ, ਜੇ ਅਸੀਂ ਦੁਨਿਆਵੀ ਮਨੁੱਖੀ ਜੀਵ ਸੰਸਾਰ ਵਿੱਚ ਆ ਕੇ ਪਾਪ ਨਾ ਕਰਦੇ ਤੇ ਫਿਰ ਤੁਹਾਡਾ ਨਾਮ ਜਿਹੜਾ ਸੀ ਉਹ ਪਤਿਤ ਪਾਵਨ ਕਿਵੇਂ ਹੋ ਸਕਦਾ ਸੀ। ਭਾਵ ਇੱਕ ਗੁਣ ਪ੍ਰਗਟ ਕਰ ਰਹੇ ਨੇ ਕਿ ਤੁਹਾਡੇ ਅਨੰਤ ਨਾਮ ਨੇ, ਅਨੰਤ ਨਾਮਾਂ ਦੇ ਵਿੱਚੋਂ ਦੀ ਇੱਕ ਨਾਮ ਹੈ ਪਤਿਤ ਪਾਵਨ। ਤੁਸੀਂ ਪਤਿਤ ਨੂੰ ਵੀ ਪਾਵਨ ਕਰਨ ਵਾਲੇ ਹੋ। ਭਾਵ ਤੁਹਾਡੇ ਵਿੱਚ ਇਹ ਖਾਸੀਅਤ ਹੈ, ਤੁਹਾਡੇ ਵਿੱਚ ਇੰਨੀ ਕੁ ਬਖਸ਼ਿਸ਼ ਹੈ, ਤੁਸੀਂ ਇੰਨੀ ਕੁ ਸਮਰੱਥਾ ਦੇ ਮਾਲਕ ਹੋ, ਕਿਉਂਕਿ ਦੁਨੀਆ ਵਿੱਚ ਹੋਰ ਕੋਈ ਇੰਨੀ ਸਮਰੱਥਾ ਦਾ ਮਾਲਕ ਨਹੀਂ ਜੋ ਪਤਿਤ ਨੂੰ ਪਾਵਨ ਕਰ ਸਕੇ। ਪਰ ਜਿਹੜਾ ਤੁਹਾਡਾ ਨਾਮ ਪਤਿਤ ਪਾਵਨ ਇਸੇ ਲਈ ਹੈ ਕਿ ਜਿਹੜੇ ਪਾਪ ਦੇ ਵਿੱਚ ਗਲਤਾਨ ਹੋਏ ਪਏ ਨੇ, ਉਹਨਾਂ ਦੇ ਜੇ ਪਾਪ ਦੀ ਮਲ ਨੂੰ ਧੋ ਕੇ ਕੋਈ ਪਾਵਨ ਪਵਿੱਤਰ ਜੀਵਨ ਉਹਨਾਂ ਦਾ ਕਰ ਸਕਦਾ ਹੈ, ਤੇ ਉਹ ਕੇਵਲ ਤੇ ਕੇਵਲ ਤੁਹਾਡਾ ਨਾਮ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਇਹ ਜ਼ਿਕਰ ਕੀਤਾ ਕਿ ਹੇ ਮੇਰੇ ਮਾਲਕ ਜੀ, ਅਕਾਲ ਪੁਰਖ ਵਾਹਿਗੁਰੂ ਜੀ, ਸਾਡੇ ਤੋਂ ਵੱਡਾ ਪਾਪੀ ਕੋਈ ਨਹੀਂ ਤੇ ਤੁਹਾਡੇ ਤੋਂ ਵੱਡਾ ਪਾਵਨ ਪਵਿੱਤਰ ਕੋਈ ਨਹੀਂ। ਸਾਡੇ ਤੋਂ ਵੱਡਾ ਪਤਿਤ ਕੋਈ ਨਹੀਂ ਹੈ ਤੇ ਤੁਹਾਡੇ ਤੋਂ ਵੱਡਾ ਪਤਿਤ ਨੂੰ ਪਾਵਨ ਕਰਨ ਵਾਲਾ ਕੋਈ ਨਹੀਂ ਹੈ। ਜਾਂ ਆਪਣੇ ਆਪ ਨੂੰ ਅਸੀਂ ਵਾਹਿਗੁਰੂ ਜੀ ਦੇ ਸਨਮੁਖ ਕਰਕੇ ਇਹਨੂੰ ਕਬੂਲਣਾ ਹੈ। ਨਾ ਮੋਸੋ ਪਤਿਤ ਪਾਵਨ ਨਾ ਤੋਸਰ। ਹੇ ਵਾਹਿਗੁਰੂ ਜੀ, ਮੇਰੇ ਤੋਂ ਵੱਡਾ ਪਤਿਤ ਕੋਈ ਨਹੀਂ,
ਪਾਵਨ ਨਾ ਤੋ ਸਰ, ਤੇਰੇ ਤੋਂ ਵੱਡਾ ਵਾਹਿਗੁਰੂ ਜੀ ਪਾਵਨ ਕੋਈ ਨਹੀਂ ਹੈ। ਮੋਸੋਂ ਬੇਕਾਰੀ ਨਾ ਤੋਸੋ ਉਪਕਾਰੀ। ਭਾਈ ਗੁਰਦਾਸ ਜੀ ਕਹਿੰਦੇ ਮੇਰੇ ਤੋਂ ਵੱਡਾ ਵਿਕਾਰੀ ਕੋਈ ਨਹੀਂ, ਤੇ ਇਸ ਵਿਕਾਰੀ ਦਾ ਉਧਾਰ ਕਰਨ ਵਾਲਾ ਤੁਹਾਡੇ ਤੋਂ ਵੱਡਾ ਉਪਕਾਰੀ ਕੋਈ ਨਹੀਂ। ਤੇ ਜਦੋਂ ਅਸੀਂ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਦੀ ਪਾਠ ਕਰਕੇ ਜੀਵਨ ਨੂੰ ਸਮਝਣ ਦਾ ਯਤਨ ਕਰਦੇ ਹਾਂ, ਉਦੋਂ ਸਾਡੀ ਅਰਦਾਸ ਹੀ ਇਹ ਹੁੰਦੀ ਹੈ ਕਿ हे ਅਕਾਲ ਪੁਰਖ ਵਾਹਿਗੁਰੂ ਜੀ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਅਸੀਂ ਜੇ ਪਾਪੀ ਹਾਂ ਤੇ ਤੁਸੀਂ ਸਾਡੇ ਪਾਪ ਦਾ ਨਾਸ਼ ਕਰਨ ਵਾਲੇ ਹੋ। ਜੇ ਸਾਡੇ ਅੰਦਰ ਪਾਪ ਦੀ ਮਲ ਇਕੱਠੀ ਹੋਈ ਹੈ ਤੇ ਉਸ ਪਾਪ ਦੀ ਮਲ ਨੂੰ ਕੇਵਲ ਤੇ ਕੇਵਲ ਤੁਹਾਡੇ ਨਾਮ ਰਾਹੀਂ ਹੀ ਧੋਤਾ ਜਾ ਸਕਦਾ ਹੈ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ। ਅਨੰਤ ਨੇ ਐਸੇ ਬਚਨ ਜਿੱਥੇ ਅਸੀਂ ਇਹ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਦਾ ਨਾਮ ਹੀ ਪਤਿਤ ਪਾਵਨ ਹੈ, ਜਿਹਨੂੰ ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਜੋ ਪੈ ਹਮ ਨਾ ਪਾਪ ਕਰੰਤਾ। ਜੇ ਅਸੀਂ ਪਾਪ ਨਾ ਕਰਦੇ, ਠੀਕ ਹੈ ਪਰਮੇਸ਼ਵਰ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਸੀ, ਕਈ ਜਨਮਾਂ ਤੋਂ ਬਾਅਦ ਜਾ ਕੇ ਇਹ ਮਨੁੱਖਾ ਦੇਹੀ ਨਸੀਬ ਹੋਈ ਸੀ, ਪਰ ਹੋਈ ਕਾਹਦੇ ਵਾਸਤੇ ਸੀ ਕਿ ਅਸੀਂ ਇਸ ਜਨਮ ਦੇ ਵਿੱਚ ਪਵਿੱਤਰ 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 ਪੁਨੀਤ ਹੋ ਸਕੀਏ। ਅਸੀਂ ਪੁਨੀਤ ਕਿਉਂ ਹੋਣਾ? ਕਿਉਂਕਿ ਪਰਮੇਸ਼ਵਰ ਪਤਿਤ ਪਾਵਨ ਹੈ, ਉਹ ਪਾਵਨ ਹੈ, ਉਹ ਪੁਨੀਤ ਹੈ। ਤੇ ਜਦੋਂ ਅਸੀਂ ਆਪਣੇ ਆਪ ਨੂੰ ਪੁਨੀਤ ਕਰਾਂਗੇ ਤਾਂ ਸਾਡਾ ਸੁਮੇਲ ਪਰਮੇਸ਼ਵਰ ਨਾਲ ਹੋਣਾ ਹੈ। ਜੈਸਾ ਗੁਣ ਪਰਮੇਸ਼ਵਰ ਦੇ ਵਿੱਚ ਹੈ, ਵੈਸਾ ਗੁਣ ਸਾਨੂੰ ਗ੍ਰਹਿਣ ਕਰਨਾ ਪਏਗਾ। ਪਾਪੀਆਂ ਦਾ, ਕੁਕਰਮੀਆਂ ਦਾ, ਅਪਰਾਧੀਆਂ ਦਾ ਕਦੇ ਵੀ ਸੁਮੇਲ ਪਰਮੇਸ਼ਵਰ ਦੇ ਨਾਲ ਨਹੀਂ ਹੁੰਦਾ। ਕਦੋਂ ਹੋਏਗਾ? ਜਦੋਂ ਕੋਈ ਅਪਰਾਧੀ ਆਪਣਾ ਅਪਰਾਧ ਛੱਡ ਕੇ ਉਸ ਮਾਰਗ ਤੇ ਤੁਰੇਗਾ ਜਿਸ ਮਾਰਗ ਤੇ ਤੁਰਿਆ ਪਰਮੇਸ਼ਵਰ ਦਾ ਮਿਲਾਪ ਹੈ। ਜਾਂ ਰਾਤ ਵੀ ਜ਼ਿਕਰ ਕੀਤਾ ਸੀ ਕਿ ਕੁੜਿਆਰ ਦਾ ਕਦੇ ਵੀ ਸੱਚ ਨਾਲ ਮੇਲ ਨਹੀਂ ਹੈ, ਸਚਿਆਰ ਦਾ ਸੱਚ ਦੇ ਨਾਲ ਮੇਲ ਹੈ। ਜੇ ਅਸੀਂ ਕੁੜਿਆਰ ਵਾਲਾ ਜੀਵਨ ਜੀ ਰਹੇ ਹਾਂ ਤੇ ਫਿਰ ਸਾਨੂੰ ਕੁੜਿਆਰ ਦਾ ਰਸਤਾ ਛੱਡ ਕੇ ਸਚਿਆਰ ਦਾ ਰਸਤਾ ਅਪਣਾਉਣਾ ਪਏਗਾ, ਤੇ ਸਚਿਆਰ ਬਣ ਕੇ ਹੀ ਸੱਚ ਵਿੱਚ ਸਮਾਇਆ ਜਾ ਸਕਦਾ ਹੈ। ਜਿਹਨੂੰ ਸਮਝ ਆ ਗਈ ਉਹਨੇ ਤਾਂ ਅਰਦਾਸ ਸ਼ੁਰੂ ਕਰ ਦਿੱਤੀ, ਕਿਮ ਸਚਿਆਰਾ ਹੋਈਐ ਕਿਮ ਕੂੜੈ ਟੁੱਟੈ ਪਾਲ। ਮਹਾਰਾਜ ਜੀ ਸਮਝ ਆ ਗਈ ਵੀ ਕੁੜਿਆਰ ਬਣ ਕੇ ਸੁਮੇਲ ਨਹੀਂ ਹੋਣਾ, ਸਾਨੂੰ ਕੂੜ ਦਾ ਰਸਤਾ ਛੱਡਣਾ ਪਏਗਾ, ਸੱਚ ਦਾ ਰਸਤਾ ਅਪਣਾਉਣਾ ਪਏਗਾ, ਤਾਂ ਸੱਚ ਦੇ ਨਾਲ ਮੇਲ ਹੈ। ਪਤਿਤ ਨੂੰ ਪਹਿਲਾਂ ਪਾਵਨ ਹੋਣਾ ਪਏਗਾ, ਤਾਂ ਜਾ ਕੇ ਪਰਮੇਸ਼ਵਰ ਵਿੱਚ ਸਮਾਏਗਾ। ਕਦੇ ਪਤਿਤ ਪਰਮੇਸ਼ਵਰ ਵਿੱਚ ਨਹੀਂ ਸਮਾਇਆ, ਉਹਨੂੰ ਆਪਣਾ ਪਤਿਤ ਪੁਣਾ ਛੱਡਣਾ ਪਏਗਾ। ਸਾਨੂੰ ਆਪਣੇ ਅਵਗੁਣ ਛੱਡਣੇ ਪੈਣਗੇ, ਸ਼ੁਭ ਗੁਣ ਗ੍ਰਹਿਣ ਕਰਨੇ ਪੈਣਗੇ, ਤਾਂ ਜਾ ਕੇ ਅਸੀਂ ਨਿਰੰਕਾਰ ਵਿੱਚ ਲੀਨ ਹੋ ਸਕਦੇ ਹਾਂ। ਉਹ ਗੁਣ ਚਾਹੀਦੇ ਨੇ ਸਾਨੂੰ, ਜਿਹੜੇ ਜਿਸ ਗੁਣ ਦੇ ਆਧਾਰ ਤੇ ਅਸੀਂ ਨਿਰੰਕਾਰ ਵਿੱਚ ਲੀਨ ਹੋ ਸਕਦੇ ਹਾਂ। ਸਾਡਾ ਕਈਆਂ ਨਾਲ ਸੁਭਾਅ ਨਹੀਂ ਰਲਦਾ। ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਇਹਦੇ ਨਾਲ ਮੇਰਾ ਸੁਭਾਅ ਬੜਾ ਮਿਲਦਾ ਹੈ, ਇਹਦੇ ਨਾਲ ਮੇਰੀ ਬਣਦੀ ਬਹੁਤ ਹੈ। ਕਿਉਂ? ਕਿਉਂਕਿ ਉਹਦਾ ਸੁਭਾਅ ਉਹਦੇ ਨਾਲ ਮੇਲ ਖਾਂਦਾ ਹੈ, ਉਹਦੀ ਸੋਚ ਉਹਦੇ ਨਾਲ ਮੇਲ ਖਾਂਦੀ ਹੈ। ਜਿਹਦੇ ਨਾਲ ਸਾਡੀ ਸੋਚ ਮੇਲ ਨਹੀਂ ਖਾਂਦੀ, ਉਹਦੇ ਨਾਲ ਸਾਡਾ ਮੇਲ ਜੋਲ ਵੀ ਨਹੀਂ, ਉਹਨੂੰ ਅਸੀਂ ਮਿਲਣਾ ਵੀ ਨਹੀਂ ਚਾਹੁੰਦੇ ਹਾਂ, ਤੇ ਨਾ ਅਸੀਂ ਉਹਦੇ ਨਾਲ ਕੋਈ ਗੱਲਬਾਤ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਡਾ ਸੁਭਾਅ ਨਹੀਂ ਰਲਦਾ।
ਸਾਡੀ ਸੋਚ ਉਹਦੇ ਨਾਲ ਨਹੀਂ ਰਲਦੀ। ਇੱਥੋਂ ਤੱਕ ਕਿ ਪਿਤਾ ਔਰ ਪੁੱਤਰ ਦੀ ਵੀ ਇਹ ਸੋਚ ਆਪਸ ਵਿੱਚ ਨਾ ਰਲੇ ਤੇ ਕਈ ਵਾਰੀ ਘਰ ਵਿੱਚ ਕਲੇਸ਼ ਹੋ ਜਾਂਦਾ ਹੈ। ਜੇ ਆਪਸ ਵਿੱਚ ਘਰ ਦੇ 4 ਜੀਆਂ ਦੀ ਸੋਚ ਇੱਕ ਨਾ ਹੋਵੇ ਤੇ ਕਈ ਵਾਰੀ ਉਹ ਘਰ ਵੀ ਨਰਕ ਬਣ ਜਾਂਦਾ ਹੈ। ਜੇ ਘਰ ਵਿੱਚ ਸੋਚ 4 ਜੀਆਂ ਦੀ ਇੱਕ ਹੋਵੇ ਤੇ ਉਹ ਘਰ ਸਵਰਗ ਬਣ ਜਾਂਦਾ ਹੈ। ਹੁਣ ਹਰਨਾਕਸ਼ ਦੀ ਤੇ ਪ੍ਰਹਿਲਾਦ ਦੀ ਸੋਚ ਇੱਕ ਨਹੀਂ ਹੋ ਸਕੀ। ਪ੍ਰਹਿਲਾਦ ਨੇ ਆਪਣੇ ਆਪ ਨੂੰ ਪਵਿੱਤਰ ਕਰ ਲਿਆ ਤੇ ਸੱਚ ਵਿੱਚ ਲੀਨ ਹੋ ਗਿਆ। ਹਰਨਾਕਸ਼ ਹਜੇ ਪਤਿਤ ਹੈ, ਨਹੀਂ ਸੋਚ ਰਲੀ, ਆਪਸ ਵਿੱਚ ਟਕਰਾਅ ਹੋ ਗਿਆ। ਪਿਤਾ ਔਰ ਪੁੱਤਰ ਦੇ ਵਿੱਚ ਹੀ ਟਕਰਾਅ ਹੈ। ਰਾਵਣ ਦੇ ਭਰਾ ਭਪੀਖਨ ਦੀ ਸੋਚ ਆਪਸ ਵਿੱਚ ਨਹੀਂ ਰਲੀ। ਨਾ ਰਲਣ ਕਰਕੇ ਦੋਵਾਂ ਦੇ ਰਸਤੇ ਵੱਖ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਪੁੱਤਰ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇ ਪਾਤਸ਼ਾਹ ਤੇ ਮਹਾਦੇਵ ਆਪਸ ਦੇ ਵਿੱਚ ਨਹੀਂ ਸੋਚ ਰਲੀ। ਪ੍ਰਿਥੀ ਚੰਦ ਵੱਖਰਾ ਹੈ, ਧੀਰਮਲ ਦੀ ਸੋਚ ਨਹੀਂ ਰਲੀ, ਵੱਖਰਾ ਹੋ ਗਿਆ। ਰਾਮ ਰਾਏ ਦੀ ਸੋਚ ਨਹੀਂ ਰਲੀ, ਵੱਖਰਾ। ਪਰ ਜਿਹਦੀ ਸੋਚ ਰਲ ਗਈ ਹੈ, ਗੁਰੂ ਅਮਰਦਾਸ ਮਹਾਰਾਜ ਜੀ ਦੇ ਬਾਬਾ ਮੋਹਨ ਤੇ ਬਾਬਾ ਮੋਹਰੀ ਜੀ ਜਿਹੜੇ ਨੇ ਉਹ ਸਪੁੱਤਰ ਨੇ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਬਾ ਮੋਹਰੀ ਜੀ ਦਾ ਨਾਮ ਆਉਂਦਾ ਹੈ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੈਂ ਪੈਰੀ ਪਾਏ ਜਿਉ। ਕਿਉਂ? ਕਿਉਂਕਿ ਉਹਨਾਂ ਦੀ ਸੋਚ ਰਲ ਗਈ। ਸਾਡਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੁਮੇਲ ਤਾਂ ਹੀ ਹੋਏਗਾ ਜੇ ਸਾਡੀ ਸੋਚ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਲੇਗੀ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਸੋਚ ਰੱਖਣੀ ਪੈਣੀ ਹੈ। ਉਹ ਗੁਣ ਗ੍ਰਹਿਣ ਕਰਨੇ ਪੈਣਗੇ ਤਾਂ ਸਾਡਾ ਮੇਲ ਹੈ। ਤੇ ਜੇ ਅਸੀਂ ਗੁਣ ਗ੍ਰਹਿਣ ਹੀ ਨਾ ਕੀਤੇ ਤੇ ਫਿਰ ਸਾਡਾ ਗੁਰੂ ਸਾਹਿਬ ਨਾਲ ਮੇਲ ਨਹੀਂ ਹੋ ਸਕਦਾ। ਸਾਨੂੰ ਪਤਿਤ ਵਾਲਾ ਰਸਤਾ ਛੱਡਣਾ ਪਏਗਾ, ਅਪਰਾਧ ਵਾਲਾ ਰਸਤਾ ਛੱਡਣਾ ਪਏਗਾ, ਅਵਗਣ ਵਾਲਾ ਰਸਤਾ ਸਾਨੂੰ ਛੱਡਣਾ ਪਏਗਾ। ਇੱਥੇ ਕਹਿ ਰਹੇ ਨੇ ਬਾਬਾ ਰਵਿਦਾਸ ਜੀ, ਕਹਿਣ ਲੱਗੇ ਜੋ ਪੈ ਹਮ ਨਾ ਪਾਪ ਕਰੰਤਾ। ਜੇ ਅਸੀਂ ਇਸ ਦੁਨੀਆ ਵਿੱਚ ਆ ਕੇ ਮਨੁੱਖਤਾ ਵਾਲਾ ਜਨਮ ਲੈ ਕੇ ਅਸੀਂ ਇਹ ਪਾਪ ਨਾ ਕਰਦੇ, ਅਹੇ ਅਨੰਤਾ, ਹੈ ਅਨੰਤ ਜਿਹਦਾ ਅੰਤ ਕੋਈ ਨਹੀਂ ਪਾਇਆ ਜਾ ਸਕਦਾ। ਹੇ ਅਕਾਲ ਪੁਰਖ ਬੇਅੰਤ ਵਾਹਿਗੁਰੂ ਜੀ, ਪਤਿਤ ਪਾਵਨ ਨਾਮ ਕੈਸੇ ਹੁੰਤਾ। ਫਿਰ ਤੁਹਾਡਾ ਜਿਹੜੇ ਅਨੰਤ ਤੁਹਾਡੇ ਨਾਮ ਨੇ, ਕਿਉਂਕਿ ਤੁਹਾਡੇ ਗੁਣ ਬੇਅੰਤ ਨੇ ਤੇ ਜਿਹੜੇ ਤੁਹਾਡੇ ਗੁਣ ਨੇ ਉਸ ਗੁਣ ਸ਼ੁਭ ਗੁਣ ਦੇ ਆਧਾਰ ਤੇ ਹੀ ਤੁਹਾਡੇ ਨਾਮ ਨੇ। ਤੁਸੀਂ ਸਭਨਾਂ ਦੀ ਪਾਲਣਾ ਕਰਦੇ ਹੋ, ਪ੍ਰਤਪਾਲਕ ਹੋ, ਗੋਪਾਲ ਹੋ। ਤੁਸੀਂ ਸਭਨਾਂ ਦੀ ਸੰਭਾਲ ਕਰਦੇ ਹੋ, ਗੋਬਿੰਦ ਹੋ। ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ, ਸੁਆਮੀ ਹੋ, ਠਾਕੁਰ ਹੋ। ਦੁਨੀਆ ਨੇ ਆਪਣਾ ਆਪਣਾ ਸੁਆਮੀ ਠਾਕੁਰ ਭਾਵੇਂ ਬਣਾਇਆ ਹੋਵੇ, ਪਰ ਹਮਰਾ ਠਾਕੁਰ ਸਭ ਤੇ ਉੱਚਾ। ਤੁਹਾਡਾ ਇਹ ਗੁਣ ਹੈ, ਅਨੰਤ ਗੁਣ ਨੇ, ਅਨੰਤ ਨਾਮ ਨੇ। ਤੇ ਗੁਣ ਕਿੰਨੇ ਨੇ? ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੋਂ, ਤੂੰ ਠਾਕੁਰ ਊਚ ਭਗਵਾਨਾ। ਤੇ ਜੇ ਗੁਣ ਬਿਆਨ ਨਹੀਂ ਹੋ ਸਕਦੇ ਤੇ ਨਾਮ ਵੀ ਜਿਹੜੇ ਆ ਉਹ ਬਿਆਨ ਨਹੀਂ ਹੋ ਸਕਦੇ। ਉਹਨਾਂ ਵਿੱਚੋਂ ਦੀ ਇੱਕ ਨਾਮ ਹੈ ਪਤਿਤ ਪਾਵਨ। ਉਹ ਕਿਉਂ? ਕਿਉਂਕਿ ਤੁਸੀਂ ਸਾਨੂੰ, ਜਿਹੜੇ ਅਸੀਂ ਪਾਪ ਦੀ ਦਲਦਲ ਵਿੱਚ ਫਸੇ ਹੋਏ ਹਾਂ, ਸਾਨੂੰ ਇਸ ਪਾਪ ਵਿੱਚੋਂ ਕੱਢ ਕੇ ਪਾਵਨ ਕਰਨ ਵਾਲੇ ਹੋ। ਪਤਿਤ ਤੋਂ ਪਾਵਨ ਕਰਨ ਵਾਲੇ ਹੋ। ਇਸ ਲਈ ਜੇ ਅਸੀਂ ਪਤਿਤ ਨਾ ਹੁੰਦੇ ਤੇ ਫਿਰ ਇਹ ਪਤਿਤ ਪਾਵਨ ਨਾਮ ਕਿਵੇਂ ਪੈਣਾ ਸੀ? ਅਸੀਂ ਪਤਿਤ ਹੋ ਚੁੱਕੇ ਹਾਂ, ਤੁਸੀਂ ਸਾਨੂੰ ਪਾਵਨ ਕਰਨ ਵਾਲੇ ਹੋ, ਪੁਨੀਤ ਕਰਨ ਵਾਲੇ ਹੋ। ਇਸੇ ਲਈ ਤੁਹਾਡਾ ਨਾਮ ਪਾਵਨ, ਪਤਿਤ ਪਾਵਨ ਜਿਹੜਾ ਇਸ ਸੰਸਾਰ ਦੇ ਵਿੱਚ ਹੈ।
ਤੁਹਾਨੂੰ ਪਤਿਤ ਪਾਵਨ ਕਰਕੇ ਜਾਣਿਆ ਜਾਂਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੁਣ ਅੰਦਰ ਪਾਪ ਦੀ ਮੱਲ ਹੋਣ ਕਰਕੇ ਅਸੀਂ ਸੰਸਾਰ ਨੂੰ ਤੇ ਸਮਝ ਲਿਆ, ਪਰ ਨਿਰੰਕਾਰ ਨੂੰ ਨਹੀਂ ਸਮਝਿਆ। ਸਾਨੂੰ ਸੰਸਾਰ ਦੀ ਸਮਝ ਤੇ ਆ ਗਈ, ਪਰ ਨਿਰੰਕਾਰ ਦੀ ਨਹੀਂ ਆਈ। ਸਾਨੂੰ ਕੁਦਰਤ ਦੀ ਸਮਝ ਤਾਂ ਆ ਰਹੀ ਹੈ, ਪਰ ਕਾਦਰ ਦੀ ਸਮਝ ਨਹੀਂ ਆ ਰਹੀ। ਕੁਦਰਤ ਨੂੰ ਕੌਣ ਚਲਾ ਰਿਹਾ ਹੈ, ਸਾਨੂੰ ਹਜੇ ਇਹ ਸਮਝ ਨਹੀਂ ਆ ਰਹੀ ਹੈ। ਕਰਤਾ ਪੁਰਖ ਤੁਹਾਨੂੰ ਕਿਉਂ ਕਹਿੰਦੇ ਆ, ਸਾਨੂੰ ਇਹ ਗੱਲ ਸਮਝ ਨਹੀਂ ਆ ਰਹੀ ਹੈ। ਪਰ ਜਦੋਂ ਅਸੀਂ ਸਮਝਣ ਦਾ ਯਤਨ ਕਰਾਂਗੇ ਤੇ ਪਤਾ ਲੱਗੇਗਾ ਵੀ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੀ ਅੰਤਰ ਹੈ। ਫਿਰ ਪਤਾ ਲੱਗੇਗਾ ਤੁਹਾਡੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ। ਜੇ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਕੋਈ ਐਸੀ ਦੁਨੀਆ ਦੇ ਵਿੱਚ ਕੋਈ ਐਸੀ ਗੱਲ ਨਹੀਂ, ਜੇ ਆਪਾਂ ਨਾ ਜਾਣਨ ਦੀ ਨਾ ਕੋਸ਼ਿਸ਼ ਕਰੀਏ ਗੱਲ ਵੱਖਰੀ ਹੈ। ਪਰ ਜੇ ਆਪਾਂ ਸਰਚ ਕਰਨ ਲੱਗ ਜਾਈਏ ਤਾਂ ਫਿਰ ਸਾਨੂੰ ਉਸ ਧੁਰੇ ਤੱਕ ਦੀ ਗੱਲ ਪਤਾ ਲੱਗ ਜਾਂਦੀ ਹੈ ਵੀ ਅਸਲ ਗੱਲ ਕੀ ਹੈ। ਅਸੀਂ ਸੰਸਾਰ ਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਸੰਸਾਰ ਸਮਝ ਵਿੱਚ ਆਇਆ, ਪਰ ਨਿਰੰਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸੀ ਗੁਰਬਾਣੀ ਦੇ ਰਾਹੀਂ। ਇਹ ਜੋ ਅਸੀਂ ਇਹਨੂੰ ਗੀਤ ਸਮਝ ਬੈਠੇ, ਇਹ ਬ੍ਰਹਮ ਦੀ ਵਿਚਾਰ ਸੀ। ਤੇ ਜਦੋਂ ਬ੍ਰਹਮ ਦੀ ਵਿਚਾਰ ਨੂੰ ਇਹਦੇ ਵਿੱਚੋਂ ਸਮਝਿਆ ਤੇ ਪਤਾ ਲੱਗਾ ਵੀ ਤੇਰੇ ਤੇ ਸਾਡੇ 'ਚ ਫਰਕ ਕੀ ਹੈ। ਅਸੀਂ ਤੇ ਆਸਮਾਨ ਤੇ ਸਮਝੀ ਬੈਠੇ ਸਾਂ, ਆਪਣੇ ਤੋਂ ਵੱਖ ਸਮਝੀ ਬੈਠੇ ਸਾਂ ਕਿ ਉਹ ਨਿਰੰਕਾਰ ਸਾਡੇ ਤੋਂ ਵੱਖ ਹੈ। ਉਹ ਤਾਂ ਕਿਤੇ ਸੱਤਵੇਂ ਆਕਾਸ਼ ਤੇ ਜਾ ਕੇ ਬੈਠਾ ਹੈ। ਉਹ ਸਾਡੇ ਤੋਂ ਇੰਨੀ ਦੂਰੀ ਤੇ ਹੈ ਕਿ ਸਾਡੀ ਆਵਾਜ਼ ਵੀ ਉੱਥੇ ਤੱਕ ਨਹੀਂ ਪਹੁੰਚਦੀ, ਸਾਡੀ ਉਹ ਸੁਣਦਾ ਹੀ ਨਹੀਂ ਹੈ। ਪਰ ਨਹੀਂ, ਕਹਿਣ ਲੱਗੇ ਜਦੋਂ ਸਰਚ ਕਰਕੇ ਵੇਖਿਆ, ਸਮਝਣ ਦਾ ਯਤਨ ਕੀਤਾ ਤੇ ਫਿਰ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੋਹੀ ਤੇਰੇ ਮੋਹੀ ਮੇਰੇ। हे ਮਾਲਕ ਜੀ, ਅਕਾਲ ਪੁਰਖ ਵਾਹਿਗੁਰੂ ਪਤਿਤ ਪਾਵਨ ਜੀ, ਤੁਹਾਡੇ ਵਿੱਚ ਤੇ ਸਾਡੇ ਵਿੱਚ, ਸਾਡੇ ਵਿੱਚ ਤੇ ਤੁਹਾਡੇ ਵਿੱਚ ਕੀ ਅੰਤਰ ਹੈ। ਜਦੋਂ ਇਹ ਸਰਚ ਕਰਕੇ ਦੇਖਿਆ, ਮਹਿਸੂਸ ਕੀਤਾ, ਜਦੋਂ ਪਤਿਤ ਤੋਂ ਪਾਵਨ ਹੋ ਕੇ ਵੇਖਿਆ, ਕਿਉਂਕਿ ਪਤਿਤ ਹੋ ਕੇ ਤੇ ਸਮਝ ਆਉਣੀ ਨਹੀਂ, ਕੁੜਿਆਰ ਦੇ ਰਸਤੇ ਤੇ ਚੱਲ ਕੇ ਸਮਝ ਨਹੀਂ ਆਏਗੀ। ਇਹ ਸਚਿਆਰ ਦੇ ਰਾਹ ਉੱਤੇ ਜਦੋਂ ਤੁਰਾਂਗੇ ਫਿਰ ਸੱਚ ਦੀ ਸਮਝ ਆਉਣੀ ਹੈ। ਤੇ ਜਦੋਂ ਅਸੀਂ ਸਚਿਆਰ ਬਣੇ ਗੁਰੂ ਦੇ ਰਾਹੀਂ, ਗਿਆਨ ਦੇ ਰਾਹੀਂ, ਫਿਰ ਸਾਨੂੰ ਸਮਝ ਵਿੱਚ ਆਈ ਵੀ ਕੀ ਅੰਤਰ ਹੈ। ਕਨਕ ਕਟਕ ਜਲ ਤਰੰਗ ਜੈਸਾ, ਬਸ ਆਹ ਅੰਤਰ ਹੈ। ਕਨਕ ਕਹਿੰਦੇ ਆ ਸੋਨੇ ਨੂੰ, ਕਟਕ ਕਹਿੰਦੇ ਆ ਸੋਨੇ ਤੋਂ ਬਣੇ ਹੋਏ ਕੜੇ ਕਹਿ ਲਓ, ਗਹਿਣਾ ਕਹਿ ਲਓ, ਕਿ ਸੋਨੇ ਦੇ ਬਣੇ ਹੋਏ ਗਹਿਣੇ ਤੇ ਸੋਨੇ ਵਿੱਚ ਕੀ ਅੰਤਰ ਹੈ। ਜਿਹੜਾ ਕਟਕ ਹੈ, ਮੰਨੋ ਵੀ ਕੰਗਨ ਬਣ ਗਿਆ, ਗਲੇ ਦਾ ਹਾਰ ਬਣ ਗਿਆ, ਜਾਂ ਜਿੰਨੇ ਵੀ ਗਹਿਣਿਆਂ ਦੇ ਰੂਪ ਨੇ ਉਹ ਵੱਖਰੇ ਵੱਖਰੇ ਨਾਮ ਪੈ ਗਏ। ਕਿਸੇ ਨੂੰ ਅਸੀਂ ਮੁੰਦਰੀ ਕਹਿ ਦਿੱਤਾ, ਕਿਸੇ ਨੂੰ ਹਾਰ ਕਹਿ ਦਿੱਤਾ, ਕਿਸੇ ਨੂੰ ਕੰਗਨ ਕਹਿ ਦਿੱਤਾ, ਪਰ ਅਸਲ ਵਿੱਚ ਬਣੇ ਤਾਂ ਸੋਨੇ ਦੇ ਹੀ ਹੋਏ ਨੇ। ਜਿਹੜੀ ਇਹਨਾਂ ਦੀ ਅਸਲ ਧਾਤ ਹੈ ਉਹ ਤਾਂ ਸੋਨੇ ਦੀ ਹੈ। ਹੁਣ ਉਹ ਕੰਗਨ ਵਿੱਚ ਤੇ ਉਸ ਸੋਨੇ ਵਿੱਚ ਕੀ ਅੰਤਰ ਹੈ? ਕੋਈ ਅੰਤਰ ਨਹੀਂ ਹੈ। ਬਸ ਇਹ ਅੰਤਰ ਹੈ ਕਿ ਉਹਦੀ ਬਨਾਵਟ ਕੰਗਨ ਦੀ ਬਣ ਗਈ ਹੈ, ਉਹਦੀ ਬਨਾਵਟ ਇੱਕ ਹਾਰ ਦੇ ਰੂਪ ਵਿੱਚ ਬਣ ਗਈ ਹੈ, ਉਹਦੀ ਬਨਾਵਟ ਇੱਕ ਮੁੰਦਰੀ ਦੇ ਰੂਪ ਵਿੱਚ ਬਣ ਗਈ ਹੈ। ਵਰਨਾ ਸੋਨੇ ਵਿੱਚ ਤੇ ਸੋਨੇ ਦੇ ਬਣੇ ਹੋਏ ਗਹਿਣਿਆਂ ਵਿੱਚ ਕੋਈ ਅੰਤਰ ਨਹੀਂ ਹੈ। ਸਾਡੇ ਬਸ ਆ ਜਿਹੜਾ ਸਰੀਰ ਦੀ ਬਨਾਵਟ ਬਣ ਗਈ ਨਾ, ਇਹ ਸਰੀਰ ਦੀ ਬਨਾਵਟ ਜਿਹੜੀ ਸੀ ਇਹਨੇ ਭੁਲੇਖਾ ਪਾ ਦਿੱਤਾ, ਪਰ ਅਸਲ ਵਿੱਚ ਹੈ ਤੇ ਸਾਰੇ ਹੀ ਆਪਾਂ ਇੱਕੋ ਹੀ ਮਿੱਟੀ ਤੋਂ ਬਣੇ ਆ, ਔਰ ਇਸ ਮਿੱਟੀ ਤੋਂ ਬਣੇ ਆ, ਪਰ ਅੰਦਰ ਜਿਹੜੀ ਜੋਤ ਹੈ ਉਹ ਤਾਂ ਰੱਬੀ ਹੈ ਨਾ, ਉਹ ਤਾਂ ਅੰਦਰ ਰੱਬੀ ਜੋਤ ਹੈ। ਅਸੀਂ ਸਾਰੇ ਹੀ ਰੱਬੀ ਜੋਤ ਦੇ ਹਾਂ, ਪਰ ਹੋਇਆ ਕਿ ਕੋਈ ਗਹਿਣਾ
ਗਲੇ ਦਾ ਹਾਰ ਬਣ ਗਿਆ, ਕੋਈ ਕੰਨਾਂ ਦਾ ਬਣ ਗਿਆ, ਕੋਈ ਹੱਥ ਦਾ, ਕੋਈ ਪੈਰ ਦਾ ਸ਼ਿੰਗਾਰ ਬਣ ਗਿਆ। ਅਸੀਂ ਵੀ ਇਸੇ ਤਰ੍ਹਾਂ ਜਿਵੇਂ ਵੰਡ ਕੇ ਰੱਖ 4 ਹਿੱਸਿਆਂ 'ਚ ਵੰਡਿਆ, ਕੰਨਾਂ ਦੇ ਵਿੱਚ, ਗਲੇ ਵਿੱਚ ਔਰ ਹੱਥ ਦੇ ਗੁੱਟ ਤੇ ਜਾਂ ਪੈਰ ਵਿੱਚ ਪਾਉਣ ਵਾਲੇ ਜਿਹੜੇ ਹੁੰਦੇ ਆ ਗਹਿਣੇ, ਅਸੀਂ ਇਹਨਾਂ ਨੂੰ 4 ਹਿੱਸਿਆਂ 'ਚ ਵੰਡ ਕੇ 4 ਨਾਮ ਦੇ ਦਿੱਤੇ। ਤੇ ਅਸੀਂ ਮਨੁੱਖ ਨੂੰ ਵੀ 4 ਨਾਮ ਦੇ ਦਿੱਤੇ, ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼। ਪਰ ਗੁਰੂ ਸਾਹਿਬ ਮਹਾਰਾਜ ਨੇ ਸੱਚ ਰੱਖ ਕੇ ਸਮਝਾਇਆ ਕਿ ਤੁਸੀਂ 4 ਹਿੱਸਿਆਂ 'ਚ ਵੰਡੇ ਤਾਂ ਗਏ ਹੋ, ਪਰ ਬਣੇ ਤਾਂ ਇੱਕੋ ਹੀ ਧਾਤ ਤੋਂ। ਤੁਹਾਡੇ ਸਭਨਾਂ ਅੰਦਰ ਜੋਤ ਤਾਂ ਇੱਕੋ ਹੀ ਹੈ। ਜਿਹੜਾ ਸਭਨਾਂ ਦੇ ਵਿੱਚ ਵਸ ਰਿਹਾ ਉਹ ਵਸਣ ਵਾਲਾ ਤੇ ਇੱਕੋ ਹੀ ਹੈ, ਬਣਾਉਣ ਵਾਲਾ ਵੀ ਇੱਕੋ ਹੀ ਹੈ, ਵਸਣ ਵਾਲਾ ਵੀ ਇੱਕੋ ਹੀ ਹੈ। ਇਹ ਨਹੀਂ ਕਿ ਖੱਤਰੀਆਂ 'ਚ ਰੱਬ ਹੋਰ ਵਸਦਾ ਹੈ ਤੇ ਬ੍ਰਾਹਮਣ ਵਿੱਚ ਰੱਬ ਹੋਰ ਵਸਦਾ ਹੈ। ਜਿਹੜੇ ਹਿੰਦੁਸਤਾਨ 'ਚ ਰਹਿੰਦੇ ਆ ਇੱਥੇ ਰੱਬ ਹੋਰ ਹੈ, ਜਿਹੜੇ ਪਾਕਿਸਤਾਨ 'ਚ ਰਹਿੰਦੇ ਆ ਉਹਨਾਂ ਦਾ ਰੱਬ ਹੋਰ ਹੈ, ਜਿਹੜੇ ਅਮਰੀਕਾ ਵਿੱਚ ਰਹਿੰਦੇ ਆ ਉਹਨਾਂ ਦਾ ਰੱਬ ਹੋਰ ਹੈ, ਜਿਹੜੇ ਜਰਮਨ ਵਿੱਚ, ਫਰਾਂਸ, ਜਿੰਨੇ ਵੀ ਮੁਲਕ ਆ, ਕਿ ਹਰ ਇੱਕ ਮੁਲਕ ਦਾ ਰੱਬ ਵੱਖਰਾ ਵੱਖਰਾ ਹੈ। ਸਭਨਾਂ ਦਾ ਰੱਬ ਤੇ ਇੱਕੋ ਹੀ ਹੈ, ਪਰ ਅਸੀਂ ਕਦੇ ਉਹ ਅੰਤਰ ਨੂੰ ਜਾਣਨ ਦਾ ਯਤਨ ਹੀ ਨਹੀਂ ਕੀਤਾ। ਸਾਨੂੰ ਗੁਰਬਾਣੀ ਇਸੇ ਲਈ ਦਿੱਤੀ ਸੀ ਕਿ ਅਸੀਂ ਇਸ ਅੰਤਰ ਨੂੰ, ਫਰਕ ਨੂੰ ਮਿਟਾਉਣਾ ਹੈ, ਇਹ ਅੰਤਰ ਖਤਮ ਕਰਨਾ ਹੈ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕਉ ਮੰਦੇ। ਇਹ ਫਰਕ ਮਿਟਾ ਕੇ ਅਸੀਂ ਸਮਝਣਾ ਸੀ ਮਾਟੀ ਏਕ, ਅਨੇਕ ਭਾਂਤ ਕਰ ਸਾਜੀ, ਸਾਜਣ ਹਾਰੇ ਇੱਕੋ ਹੀ ਹੈ ਸਾਜਣ ਵਾਲਾ। ਔਰ ਜਿਹੜਾ ਘਟ ਘਟ ਮੈਂ ਹਰ ਜੂ ਵਸੈ, ਜਿਹੜਾ ਸਭਨਾਂ ਵਿੱਚ ਵਸਿਆ ਹੈ, ਉਹ ਸਾਰੇ ਹੀ ਆਪਾਂ ਇੱਕੋ ਹੀ ਜੋਤ ਦੇ ਮਾਲਕ ਹਾਂ। ਹੁਣ ਸਮਝ ਆਈ, ਕਹਿੰਦੇ ਜਦੋਂ ਦੇਖਿਆ ਨਾ, ਤੋਹੀ ਮੋਹੀ ਤੇਰੇ ਮੇਰੇ ਵਿੱਚ, ਮੋਹੀ ਤੋਹੀ ਮੇਰੇ ਤੇਰੇ ਵਿੱਚ ਅੰਤਰ ਕੈਸਾ। ਜਦੋਂ ਇਸ ਅੰਤਰ ਨੂੰ ਜਾਣਨ ਦਾ ਯਤਨ ਕੀਤਾ, ਜਦੋਂ ਇਸ ਅੰਤਰ ਨੂੰ ਸਮਝਣ ਦਾ ਯਤਨ ਕੀਤਾ ਤੇ ਸਮਝ ਆਈ ਜਿਵੇਂ ਸੋਨੇ ਤੇ ਸੋਨੇ ਦੇ ਬਣੇ ਹੋਏ ਗਹਿਣੇ ਹੁੰਦੇ ਆ। ਹੁਣ ਉਹ ਗਹਿਣੇ ਕਿਹਦੇ ਤੋਂ ਬਣੇ ਆ? ਸੋਨੇ ਤੋਂ ਹੀ, ਧਾਤ ਤੋਂ ਹੀ ਬਣੇ ਆ। ਇਹਦਾ ਮਤਲਬ ਸੋਨਾ ਔਰ ਉਹ ਸੋਨੇ ਦੇ ਬਣੇ ਹੋਏ ਗਹਿਣਿਆਂ ਵਿੱਚ ਕੋਈ ਅੰਤਰ ਨਹੀਂ ਹੈ, ਇੱਕੋ ਹੀ ਨੇ ਉਹ ਦੋਵੇਂ। ਫਿਰ ਉਹਨਾਂ ਨੇ ਆਖਿਆ ਜਲ ਤਰੰਗ ਜੈਸਾ, ਮਾਲਕ ਜੀ ਤੂੰ ਸਾਡੇ ਨਾਲ ਜੁੜਿਆ ਇੱਦਾਂ ਹੈ ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਹੋਣ। ਹੁਣ ਸੋਨੇ ਦੇ ਗਹਿਣੇ ਬਣੇ ਕਿੱਥੋਂ ਨੇ? ਬਣੇ ਤਾਂ ਸੋਨੇ ਵਿੱਚੋਂ ਹੀ ਨੇ, ਸੋਨੇ ਦੀ ਧਾਤ ਵਿੱਚੋਂ। ਹੁਣ ਜਿਹੜੀਆਂ ਲਹਿਰਾਂ ਉੱਠਦੀਆਂ ਪਈਆਂ ਨੇ, ਉਹ ਲਹਿਰਾਂ ਕਿੱਥੋਂ ਉੱਠੀਆਂ ਨੇ? ਉੱਠੀਆਂ ਤੇ ਪਾਣੀ ਵਿੱਚੋਂ ਹੀ ਨੇ। ਜੇ ਪਾਣੀ ਨਾ ਹੁੰਦਾ ਤੇ ਫਿਰ ਲਹਿਰਾਂ ਕਿੱਥੋਂ ਹੁੰਦੀਆਂ? ਜੇ ਸੋਨਾ ਨਾ ਹੁੰਦਾ ਤੇ ਗਹਿਣੇ ਕਿੱਥੋਂ ਹੁੰਦੇ? ਜੇ ਨਿਰੰਕਾਰ ਨਹੀਂ ਤਾਂ ਸੰਸਾਰ ਵੀ ਨਹੀਂ ਹੈ, ਜੇ ਕਾਦਰ ਨਹੀਂ ਹੈ ਤਾਂ ਕੁਦਰਤ ਵੀ ਨਹੀਂ ਹੈ। ਜੇ ਕਾਦਰ ਹੈ ਤਾਂ ਕੁਦਰਤ ਹੈ, ਜੇ ਨਿਰੰਕਾਰ ਹੈ ਤਾਂ ਸੰਸਾਰ ਹੈ। ਇਸ ਲਈ ਕਹਿੰਦੇ ਬਸ ਆਹ ਫਰਕ ਹੈ। ਅਸੀਂ ਇਹਨੂੰ ਫਰਕ ਅੰਤਰ ਬੜਾ ਵੱਡਾ ਗਲਤ ਫਹਿਮੀ ਦੇ ਸ਼ਿਕਾਰ ਹੋ ਗਏ। ਕਈ ਵਾਰ ਪਰਿਵਾਰਾਂ ਦੇ ਵਿੱਚ ਬੜਾ ਆਪਸੀ ਗੂੜਾ ਪਿਆਰ ਹੁੰਦਾ ਹੈ, ਪਰ ਇੱਕ ਮਾੜੀ ਜਿਹੀ ਛੋਟੀ ਜਿਹੀ ਗਲਤ ਫਹਿਮੀ ਬਹੁਤ ਵੱਡਾ ਦਰਾੜ ਪੈਦਾ ਕਰ ਦਿੰਦੀ ਹੈ। ਇੱਕ ਛੋਟੀ ਜਿਹੀ ਗਲਤ ਫਹਿਮੀ ਕਈ ਵਾਰੀ ਘਰਾਂ ਦੇ ਘਰ ਉਜਾੜ ਦਿੰਦੀ ਹੈ। ਪਰ ਜਦੋਂ ਆਪਸ ਵਿੱਚ ਦੋ ਸੂਝਵਾਨ ਬੈਠਦੇ ਆ, ਉਹ ਫਰਕ ਅੰਤਰ ਲੱਭਦੇ ਆ ਵੀ ਫਰਕ ਕਿੱਥੇ ਪੈ ਗਿਆ। ਪਤਾ ਲੱਗਾ ਇੱਕ ਮਾਮੂਲੀ ਜਿਹੀ ਗੱਲ ਤੋਂ। ਉਹ ਮਾਮੂਲੀ ਜਿਹੀ ਗੱਲ ਇੰਨੀ ਜ਼ਿਆਦਾ ਵਧਾ ਦਿੱਤੀ ਗਈ ਵੀ ਅੰਤਰ ਇੰਨਾ ਜ਼ਿਆਦਾ ਪਾ ਦਿੱਤਾ ਗਿਆ, ਸਭ ਖਿੰਡ ਗਿਆ। ਬਸ ਅਸੀਂ ਵੀ ਧਰਮਾਂ ਦੇ ਨਾਮ ਤੇ, ਜਾਤ ਪਾਤ ਦੇ ਨਾਮ ਤੇ ਇੰਨੇ ਜ਼ਿਆਦਾ ਵੰਡੇ ਜਾ ਚੁੱਕੇ ਹਾਂ, ਸਾਡੇ ਕੋਲ ਨਫ਼ਰਤ ਤੋਂ ਸਿਵਾ ਹੈ ਹੀ ਕੁਛ ਨਹੀਂ। ਅਸੀਂ ਇੰਨੇ ਜ਼ਿਆਦਾ ਵੰਡੇ ਜਾ ਚੁੱਕੇ ਹਾਂ ਅੰਦਰੋਂ, ਭਾਵੇਂ ਬਾਹਰੋਂ ਇੱਕ ਦੂਜੇ ਦੇ ਗਲ ਜ਼ਰੂਰ ਲੱਗਦੇ ਹਾਂ, ਪਰ ਉਹ ਦਿਖਾਵਾ ਹੈ, ਉਹ ਬਨਾਵਟੀ ਹੈ। ਅੰਦਰ ਤਾਂ ਨਫ਼ਰਤ ਦੀ ਅੱਗ ਵਿੱਚ ਝੁਲਸੇ ਪਏ ਆ। ਅੰਦਰ ਦਾ ਸੇਕ ਦੂਜਿਆਂ ਨੂੰ ਦੇਣਾ ਚਾਹੁੰਦੇ ਆ। ਜਿਸ ਨਫ਼ਰਤ ਦੀ ਅੱਗ ਵਿੱਚ ਅੰਦਰ ਝੁਲਸਦੇ ਆ, ਉਹਦਾ ਸੇਕ ਦੂਜਿਆਂ ਤੱਕ ਪਹੁੰਚਾਉਣਾ ਚਾਹੁੰਦੇ ਆ। ਕਿਉਂ? ਚਲੋ ਕਿਸੇ ਗੱਦੀ ਕਰਕੇ, ਤਖਤ ਕਰਕੇ,
ਜ਼ਮੀਨ ਕਰਕੇ, ਜਾਇਦਾਦ ਕਰਕੇ ਝਗੜੇ ਹੁੰਦੇ ਤਾਂ ਠੀਕ ਨੇ, ਪਰ ਧਰਮ ਦੇ ਨਾਮ ਤੇ ਵੀ ਅਸੀਂ ਧਰਮ ਦੇ, ਰੱਬ ਦੇ ਨਾਮ ਤੇ ਲੜਾਈਆਂ ਹੋ ਰਹੀਆਂ, ਪਰਮਾਤਮਾ ਦੇ ਨਾਮ ਤੇ, ਰੱਬ ਦੇ ਨਾਮ ਤੇ ਝਗੜੇ ਹੋ ਰਹੇ ਆ, ਉਹਦੇ ਨਾਮ ਤੇ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਸਾਡਾ ਰਾਮ ਹੋਰ ਹੈ, ਤੁਹਾਡਾ ਅੱਲਾ ਹੋਰ ਹੈ, ਸਾਡਾ ਵਾਹਿਗੁਰੂ ਹੋਰ ਹੈ ਤੇ ਤੁਹਾਡਾ ਜਿਹੜਾ ਉਹ ਗੋਡ ਹੋਰ ਹੈ। ਆਪਸ ਵਿੱਚ ਹੀ ਇੰਨਾ ਉਲਝਾ ਕੇ ਧਰਮਾਂ ਦੇ ਨਾਮ ਤੇ ਲੜਾਇਆ ਜਾ ਰਿਹਾ ਹੈ, ਅਸੀਂ ਇਕੱਠੇ ਹੋ ਹੀ ਨਹੀਂ ਪਾ ਰਹੇ ਹਾਂ। ਗੁਰਬਾਣੀ ਤੇ ਗੁਰਬਾਣੀ ਵਿੱਚ ਗੁਰੂ ਸਾਹਿਬ, ਭਗਤ ਸਾਹਿਬਾਨ ਇਹ ਸਾਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਤੁਹਾਨੂੰ ਸਮਝ ਆ ਜਾਏ, ਆਪਸ ਵਿੱਚ ਧਰਮਾਂ ਦੇ ਨਾਮ ਤੇ ਨਾ ਲੜੋ, ਕਤਲੇਆਮ ਇੱਕ ਦੂਜੇ ਦਾ ਰੱਬ ਨੂੰ ਪਾਉਣਾ ਚਾਹੁੰਦੇ ਹੋ, ਰੱਬ ਦੇ ਨਾਮ ਤੇ ਹੀ ਕਤਲ ਕਰ ਰਹੇ ਹੋ। ਇਸ ਲਈ ਸਾਨੂੰ ਬਾਰ-ਬਾਰ ਸਮਝਾਇਆ ਕਿ ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਏਕ ਪਿਤਾ ਏਕਸ ਕੇ ਹਮ ਬਾਰਿਕ। ਪਰ ਜਿਸ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਇਹ ਸਮਝ ਲੈਣੀ ਸੀ, ਅਸੀਂ ਉਸੇ ਗੁਰੂ ਸਾਹਿਬ ਜੀ ਦੇ ਨਾਲ ਜੁੜ ਕੇ ਅਸੀਂ ਆਪ ਹੀ ਇੰਨੇ ਵੰਡੇ ਗਏ ਹਾਂ। ਦੁਨੀਆ ਨੂੰ, ਪੂਰੇ ਸੰਸਾਰ ਭਰ ਦੇ ਲੋਕਾਂ ਨੂੰ ਇੱਕ ਕਰਨਾ ਸੀ, ਪਰ ਇੱਕ ਕਰਨ ਦੀ ਬਜਾਏ ਅਸੀਂ ਆਪ ਹੀ ਆਪਣੇ ਆਪਣੇ ਧੜੇ ਬਣਾ ਕੇ ਨਫ਼ਰਤ ਵਿੱਚ ਵੰਡੇ ਗਏ ਹਾਂ। ਫਿਰ ਆਹ ਸ਼ਬਦ ਸਾਡੇ ਕਦੋਂ ਪਕੜ ਵਿੱਚ ਆਏਗਾ? ਆਹ ਅੰਤਰ ਹੈ, ਬਸ ਇਹਨੂੰ ਅਸੀਂ ਸਮਝਣਾ, ਇੰਨਾ ਕੁ ਅੰਤਰ ਹੈ ਬਸ। ਜਿਵੇਂ ਸੋਨੇ ਤੇ ਸੋਨੇ ਦੇ ਬਣੇ ਗਹਿਣੇ ਆ, ਜਿਵੇਂ ਪਾਣੀ ਤੇ ਪਾਣੀ ਦੀਆਂ ਲਹਿਰਾਂ ਨੇ। ਹੁਣ ਜਦੋਂ ਲਹਿਰਾਂ ਉੱਠੀਆਂ ਤੇ ਜਦੋਂ ਉਹ ਸਮਾਈਆਂ ਤੇ ਕੀ ਹੋ ਗਿਆ? ਪਾਣੀ ਦਾ ਹੀ ਰੂਪ ਹੋ ਗਈਆਂ। ਜਦੋਂ ਸੋਨੇ ਦੇ ਗਹਿਣੇ ਜਿੰਨੇ ਵੀ ਸੀ ਸੁਨਿਆਰੇ ਨੇ ਪਾ ਕੇ ਢਾਲ ਦਿੱਤੇ ਤੇ ਉਹ ਕੀ ਬਣ ਗਿਆ? ਫਿਰ ਸੋਨਾ ਹੀ ਬਣ ਗਿਆ। ਉਹ ਵੱਖਰੇ ਕਦੋਂ ਹੋਏ? ਜਦੋਂ ਗਹਿਣਿਆਂ ਦਾ ਰੂਪ ਬਣ ਗਿਆ। ਵੱਖਰਾ ਕਦੋਂ ਹੋਇਆ ਪਾਣੀ? ਜਦੋਂ ਲਹਿਰਾਂ ਦਾ ਰੂਪ ਬਣ ਗਿਆ, ਤੇ ਜਦੋਂ ਉਹ ਪਾਣੀ ਵਿੱਚ ਸਮਾਇਆ ਤੇ ਫਿਰ ਪਾਣੀ ਹੋ ਗਿਆ। ਸਾਨੂੰ ਵੀ ਇਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜੁਗਤੀ ਦਿੱਤੀ ਹੈ, ਗੁਰ ਕਿਰਪਾ ਜਹ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਬੜਾ ਦੁੱਖ ਹੁੰਦਾ ਹੈ, ਅਸੀਂ ਆਪਸ ਵਿੱਚ ਤਾਂ ਵੰਡੇ ਹੀ ਵੰਡੇ ਹਾਂ, ਆਪਣੇ ਆਪਣੇ ਧਰੇ ਧੜੇ ਤਾਂ ਆਪਾਂ ਬਣਾਏ ਆ, ਅਸੀਂ ਗੁਰੂਆਂ ਨੂੰ ਵੀ ਵੰਡ ਦਿੱਤਾ। ਸਾਨੂੰ ਆਖਿਆ ਇੱਕੋ ਹੀ ਜੋਤ ਹੈ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਤੱਕ ਇੱਕੋ ਹੀ ਸੋਚ ਹੈ, ਇੱਕੋ ਹੀ ਵਿਚਾਰ ਹੈ, ਇੱਕੋ ਹੀ ਰਸਤਾ, ਇੱਕੋ ਹੀ ਜੋਤ ਹੈ, ਪਰ ਅਸੀਂ ਵੰਡ ਦਿੱਤਾ। ਅਸੀਂ ਆਖਿਆ ਗੁਰੂ ਨਾਨਕ ਸਾਹਿਬ ਹੋਰ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਹੋਰ ਹੈ। ਗੁਰੂ ਗੋਬਿੰਦ ਸਿੰਘ ਜੀ ਹੋਰ ਨੇ, ਗੁਰੂ ਨਾਨਕ ਸਾਹਿਬ ਹੋਰ ਨੇ, ਪਰ ਸਾਨੂੰ ਆਖਿਆ ਜੋਤ 오ਹਾ ਜੁਗਤ ਸਾਏ ਸੈ ਕਾਇਆ ਫਿਰ ਪਲਟੀ ਹੈ। ਕਾਇਆ ਪਲਟੀ ਹੈ, ਜੋਤ ਉਹੀ ਹੈ। ਅਸੀਂ ਕਾਇਆ ਨਾਲ ਨਹੀਂ, ਜੋਤ ਨਾਲ ਜੁੜਨਾ ਹੈ, ਸ਼ਬਦ ਨਾਲ ਜੁੜਨਾ ਹੈ। ਸ਼ਬਦ ਇੱਕੋ ਹੀ ਹੈ, ਪਰ ਅਸੀਂ ਗੁਰੂ ਸਾਹਿਬ ਨੂੰ ਇੱਕ ਨਾ ਕਰ ਸਕੇ। ਹੁਣ ਅਸੀਂ ਬਿਲਡਿੰਗਾਂ ਤਾਂ ਵੰਡ ਲਈਆਂ, ਗੁਰੂ ਗ੍ਰੰਥ ਸਾਹਿਬ ਕਿਵੇਂ ਵੰਡਾਂਗੇ? ਬਿਲਡਿੰਗਾਂ ਵੰਡ ਕੇ ਅਸੀਂ ਬਿਲਡਿੰਗਾਂ ਦੇ ਉੱਤੇ ਵੀ ਅਸੀਂ ਆਪਣੀ ਜਾਤ ਬਰਾਦਰੀਆਂ ਦੇ ਨਾਮ ਲਿਖ ਦਿੱਤੇ। ਔਰ ਹੈਰਾਨੀ ਵਾਲੀ ਗੱਲ ਵੀ ਇੰਨੇ ਨਾ ਸਮਝ ਨਿਕਲੇ ਵੀ ਧਰਮੀਆਂ ਦਾ ਅਧਰਮੀਆਂ ਦਾ ਵੀ ਗੁਰਦੁਆਰਾ ਸਾਹਿਬ ਬਣਾਤਾ। ਗੁਰੂ ਵੀ ਕਦੇ ਧਰਮੀਆਂ ਤੇ ਅਧਰਮੀਆਂ ਵਿੱਚ ਵੰਡਿਆ। ਬਹੁਤ ਐਸੇ ਬਿਲਡਿੰਗਾਂ ਦੇ ਨਾਮ ਨੇ ਜਿੱਥੇ ਲਿਖਿਆ ਧਰਮੀਆਂ ਦਾ, ਜਿੱਥੇ ਲਿਖਿਆ ਅਧਰਮੀਆਂ ਦਾ। ਸਾਡੇ ਹਉਮੈ ਨੇ ਸਾਡੀ ਅਕਲ ਤੇ ਇੰਨਾ ਵੱਡਾ ਪਰਦਾ ਪਾ ਦਿੱਤਾ, ਅਸੀਂ ਉਹ ਬਿਲਡਿੰਗਾਂ ਨੂੰ ਧਰਮੀ ਤੇ ਅਧਰਮੀ ਵਿੱਚ ਵੰਡ ਦਿੱਤਾ। ਪਰ ਜਿਹਦਾ ਅੰਦਰ ਪ੍ਰਕਾਸ਼ ਕੀਤਾ, ਕਦੇ ਧਰਮੀ ਤੇ ਅਧਰਮੀ ਦੇ ਉਹਨਾਂ ਕੋਲੋਂ ਅਰਥ ਵੀ ਸਮਝ ਲੈਂਦੇ। ਬਾਬਾ ਰਵਿਦਾਸ ਜੀ ਕਹਿੰਦੇ ਬਸ ਆਹ ਫਰਕ ਹੈ, ਕਨਕ ਕਟਕ ਜਲ ਤਰੰਗ ਜੈਸਾ। ਜਿੰਨਾ ਪਾਣੀ ਤੇ ਪਾਣੀ ਦੀ ਲਹਿਰਾਂ 'ਚ, ਸੋਨੇ ਤੇ ਸੋਨੇ ਦੇ ਗਹਿਣਿਆਂ ਵਿੱਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਬਸ ਆਹ ਅੰਤਰ ਇੰਨਾ ਕੁ ਸੀ, ਪਰ ਸਾਨੂੰ ਅੰਤਰ ਕਿੰਨਾ ਦੱਸ ਦਿੱਤਾ ਕਿ ਖੁਦਾ ਸਤਵੇਂ ਆਕਾਸ਼ ਤੇ ਵਸਦਾ। ਫਿਰ ਭਗਤ ਸਾਹਿਬਾਨ ਜਿਹੜੇ ਨੇ ਇਹ ਜਾਗਰਤ ਹੋਏ,
ਉਹਨਾਂ ਨੇ ਫਿਰ ਅੱਗੋਂ ਜਾਗਰਤਾ ਲਿਆਂਦੀ। ਕਿਸੇ ਨੇ ਆਖਿਆ ਵੀ ਰੱਬ ਪੱਥਰ ਵਿੱਚ ਵੱਸਦਾ ਹੈ, ਫਿਰ ਜਾਗਰਤਾ ਲਿਆਂਦੀ, ਫਿਰ ਕ੍ਰਾਂਤੀ ਲਿਆਂਦੀ, ਫਿਰ ਦੁਨੀਆ ਨੂੰ ਸਮਝਾਇਆ। ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ ਸਾਈਂ ਨਾ ਬਹਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਆਤਮਾ ਤੇ ਪਰਮਾਤਮਾ ਵਿੱਚ ਬਸ ਥੋੜਾ ਜਿਹਾ ਅੰਤਰ ਹੈ, ਜਿਹਨੂੰ ਆਪਾਂ ਗਿਆਨ ਦੀ ਰੋਸ਼ਨੀ ਵਿੱਚ ਖਤਮ ਕਰਨਾ ਹੈ। ਉਹ ਅੰਤਰ ਕਿਵੇਂ ਪੈ ਗਿਆ? ਸਾਡੇ ਅੰਦਰ ਜਿਹੜਾ ਕੂੜ ਦਾ ਪਰਦਾ ਸੀ, ਉਸ ਪਰਦੇ ਨੂੰ ਉਠਾ ਦਿੰਦੇ। ਆਤਮਾ ਤੇ ਪਰਮਾਤਮਾ ਦਾ ਮੇਲ ਇਹ ਇਦਾਂ ਜਿਵੇਂ ਇੱਕ ਘਰ ਵਿੱਚ 2 ਰੂਮ ਬਣੇ ਹੋਣ ਨਾ, 2 ਕਮਰੇ, ਉਹਨਾਂ ਵਿੱਚ ਇੱਕ ਦੀਵਾਰ ਹੁੰਦੀ ਹੈ, ਤੇ ਜਦੋਂ ਉਸ ਦੀਵਾਰ ਨੂੰ ਹਟਾ ਦਿਓਗੇ ਕੀ ਹੋਏਗਾ? ਇੱਕੋ ਹੀ ਹੋ ਜਾਏਗਾ। ਉਹ ਦੀਵਾਰ ਹਟਾ ਦਿਆਂਗੇ, ਇੱਕ ਹੋ ਜਾਏਗਾ। ਬਸ ਸਾਡੇ ਅੰਦਰ ਵੀ ਇੱਕ ਦੀਵਾਰ ਹੈ। ਉਹ ਕੂੜ ਦੀ ਦੀਵਾਰ ਨੂੰ ਹਟਾ ਕੇ ਵੇਖੋ, ਆਤਮਾ ਤੇ ਪਰਮਾਤਮਾ ਦਾ ਮਿਲਣ ਹੋ ਜਾਏਗਾ। ਤੇ ਉਹ ਦੀਵਾਰ ਹੀ ਤੇ ਸਾਡੇ ਕੋਲੋਂ ਹਟਦੀ ਨਹੀਂ। ਇਸ ਲਈ ਆਖਿਆ ਵੀ ਇੰਨਾ ਫਰਕ ਹੈ ਜਿੰਨਾ ਸੋਨੇ ਤੇ ਸੋਨੇ ਦੇ ਗਹਿਣਿਆਂ, ਪਾਣੀ ਤੇ ਪਾਣੀ ਦੀਆਂ ਲਹਿਰਾਂ ਵਿੱਚ। ਤੁਮ ਜੋ ਨਾਇਕ ਆਛੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। ਇਹ ਸੰਸਾਰੀਆਂ ਦੀ ਗੱਲ ਸਮਝ ਨਹੀਂ ਆਏਗੀ ਤੇ ਸੰਸਾਰੀਆਂ ਤੋਂ ਵਿੱਥ ਵੀ ਬੜੀ ਹੈ। ਫਰਕ ਅੰਤਰ ਵੀ ਸੰਸਾਰੀਆਂ ਨੇ ਬੜਾ ਪਾ ਲਿਆ, ਕਿਉਂਕਿ ਜਿਹੜਾ ਅੰਦਰ ਬੈਠਾ ਸੀ ਉਹਨੂੰ ਸਮਝਿਆ ਹੀ ਨਹੀਂ। ਉਹਨਾਂ ਨੇ ਬਾਹਰ ਦੇਹਧਾਰੀ ਰੱਬ ਬਣਾ ਲਏ। ਉਹਨਾਂ ਨੇ ਕਈ ਥਾਵਾਂ ਐਸੀਆਂ ਬਣਾ ਲਈਆਂ ਵੀ ਰੱਬ ਇੱਥੇ ਹੀ ਹੈ, ਬਸ ਹੋਰ ਹੈ ਹੀ ਕਿਤੇ ਨਹੀਂ। ਬੜੇ ਭਰਮ ਪੈ ਗਏ ਸੰਸਾਰੀਆਂ ਨੂੰ। ਤੇ ਜਿਹੜੇ ਭਗਤ ਸਨ, ਗੁਰਮੁਖ ਜਨ ਸਨ, ਉਹਨਾਂ ਵਿੱਚ ਕੋਈ ਭੇਦ, ਕੋਈ ਫਰਕ, ਕੋਈ ਅੰਤਰ ਨਹੀਂ ਰਹਿ ਗਿਆ। ਹੁਣ ਇੱਥੇ ਭਗਤ ਜੀ ਕਹਿ ਰਹੇ ਨੇ, ਕਹਿਣ ਲੱਗੇ ਤੁਮ ਜੋ ਨਾਇਕ ਆਛੋ ਅੰਤਰ ਜਾਮੀ। ਜੇ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਰੀ ਦੁਨੀਆ ਦੇ ਨਾਇਕ ਹੋ, ਤੁਸੀਂ ਸਾਰੀ ਦੁਨੀਆ ਦੇ ਮਾਲਕ ਹੋ, ਸਾਰੀ ਦੁਨੀਆ ਦੇ ਖਸਮ ਹੋ। ਆਛੋ ਹੋ ਭਾਵ ਕਿ ਜੇ ਤੁਸੀਂ ਨਾਇਕ ਹੋ, ਔਰ ਦੂਜੀ ਗੱਲ ਅੰਤਰਜਾਮੀ, ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਹੋ, ਸਾਰਿਆਂ ਦੇ ਹਿਰਦਿਆਂ ਦੇ ਵਿੱਚ ਦੀ ਅਵਸਥਾ ਨੂੰ ਜਾਣਨ ਵਾਲੇ ਹੋ। ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। हे ਪ੍ਰਭੂ ਜੀ, ਜਿਹੜੇ ਤੁਹਾਡੇ ਜਨ ਨੇ, ਜਿਹੜੇ ਤੁਹਾਡੇ ਭਗਤ ਨੇ, ਜਿਹੜੇ ਤੁਹਾਡੇ ਚਰਨਾਂ ਵਿੱਚ ਜੁੜਨ, ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰਿ। ਉਹ ਹਰੀ ਦਾ ਪਤਾ ਜਨ ਤੋਂ ਲੱਗਣਾ ਹੈ, ਤੇ ਜਨ ਦਾ ਪਤਾ ਹਰੀ ਤੋਂ ਲੱਗਣਾ ਹੈ। ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ। ਹਰੀ ਦੇ ਵਿੱਚ ਕਿਹੜੇ ਗੁਣ ਨੇ, ਇਹ ਹਰੀ ਦੇ ਜਨ ਤੋਂ ਪਤਾ ਲੱਗਣੇ ਆ। ਤੇ ਜਨ ਵਿੱਚ ਕਿਹੜੇ ਗੁਣ ਹੋਣੇ ਚਾਹੀਦੇ ਆ ਰੱਬ ਵਾਲੇ, ਉਹ ਰੱਬ ਜੀ ਨੂੰ ਤੋਂ ਪਤਾ ਲੱਗਣੇ ਆ। ਭਾਵ ਦੋਵਾਂ ਦੇ ਵਿੱਚ ਇੰਨਾ ਤਾਲਮੇਲ ਹੈ, ਦੋਵਾਂ ਦੇ ਵਿੱਚ ਇੰਨੀ ਕਹਿਣ ਲੱਗੇ ਸੋਚ ਵਿੱਚ ਇਕਤਾ ਹੈ ਕਿ ਜਨ ਨੂੰ ਵੇਖ ਕੇ ਰੱਬ ਪਤਾ ਲੱਗਦਾ, ਰੱਬ ਨੂੰ ਵੇਖ ਕੇ ਜਨ ਪਤਾ ਲੱਗਦਾ। ਕਹਿੰਦੇ ਨੇ ਪ੍ਰਭ ਤੇ ਜਨ ਜਾਨੀਜੈ। ਪ੍ਰਭੂ ਦੇ ਗੁਣ ਜਦੋਂ ਸਾਹਮਣੇ ਆਉਂਦੇ ਆ, ਫਿਰ ਹੁਣ ਬ੍ਰਹਮ ਗਿਆਨੀ ਨੂੰ ਜਾਣਨਾ ਹੋਵੇ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਅਸ਼ਟਪਦੀ ਲੈਣੀ ਪੈਣੀ ਆ। ਉਹ ਗੁਣ ਵੇਖ ਕੇ ਬ੍ਰਹਮ ਗਿਆਨੀ ਪਤਾ ਲੱਗੇਗਾ, ਬ੍ਰਹਮ ਗਿਆਨੀ ਵੇਖ ਕੇ ਉਹ ਅਸ਼ਟਪਦੀ ਪਤਾ ਲੱਗੇਗੀ। ਇਸ ਲਈ ਕਹਿੰਦੇ ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ। हे ਵਾਹਿਗੁਰੂ ਜੀ, ਦੇਖੋ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਵਿੱਚ 15 ਦੇ 15 ਭਗਤ ਜਿਹੜੇ ਨੇ ਸ਼ਬਦ ਰੂਪ ਨੇ। ਜੇ ਬਾਣੀ ਗੁਰੂ ਹੈ ਬਾਣੀ, ਤੇ ਫਿਰ ਭਗਤ ਵੱਖਰੇ ਕਿਵੇਂ ਹੋ ਸਕਦੇ ਆ? ਸਾਡੇ ਲਈ ਬਾਣੀ ਹੀ ਭਗਤ ਨੇ ਤੇ ਭਗਤ ਹੀ ਬਾਣੀ ਨੇ। ਇਹ 11 ਭੱਟ ਬੈਠੇ ਆ, ਗੁਰਸਿੱਖ ਬੈਠੇ ਆ, ਇਹ ਸਾਰੇ ਹੀ ਬਾਣੀ ਦਾ ਰੂਪ ਹੋ ਚੁੱਕੇ ਆ। ਇਹਨਾਂ ਸਾਰਿਆਂ ਨੂੰ ਇੱਕ ਰੂਪ ਕਰਕੇ ਬਣਿਆ ਧੰਨ ਗੁਰੂ ਗ੍ਰੰਥ ਸਾਹਿਬ। ਵੱਖ-ਵੱਖ ਨਹੀਂ, ਸਾਰੇ ਇੱਕ ਹੀ ਥਾਂ ਤੇ ਬਿਰਾਜਮਾਨ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਵੱਖ-ਵੱਖ ਨਹੀਂ ਹੋ ਸਕਦੇ। ਇਸ ਲਈ ਕਹਿਣ ਲੱਗੇ ਪ੍ਰਭ ਤੇ ਜਨ ਜਾਨੀਜੈ। ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਹੋਵੇ ਤੇ 15 ਭਗਤਾਂ ਦੀ ਬਾਣੀ ਨੂੰ ਜਾਣਨਾ ਪਏਗਾ।
ਤੇ ਜੇ ਅਸੀਂ ਭਗਤਾਂ ਨੂੰ ਜਾਣਨਾ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਨਾ ਪਏਗਾ। ਦੋਵਾਂ ਨੂੰ ਵੇਖ ਕੇ ਹੀ ਪਤਾ ਲੱਗਣਾ ਵੀ ਭਗਤ ਕੈਸਾ ਹੈ ਤੇ ਗੁਰੂ ਕੈਸਾ ਹੈ, ਗੁਰੂ ਕੈਸਾ ਹੈ ਤੇ ਭਗਤ ਕੈਸਾ ਹੈ। ਇਸੇ ਲਈ ਆਖਿਆ ਸੀ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਮਹਾਰਾਜ ਜੀ ਅਸੀਂ ਤੁਹਾਡੇ ਦਰਸ਼ਨ ਕਰਨੇ ਆ ਆਪਣੇ ਨਗਰ ਲੈ ਜਾ ਕੇ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ ਨੂੰ ਲੈ ਜਾਓ। ਨਹੀਂ ਸਤਿਗੁਰੂ ਤੁਹਾਡੇ ਦੀਦਾਰ ਕਰਨੇ ਆ। ਸਾਹਿਬ ਕਹਿੰਦੇ ਜਦੋਂ ਭਾਈ ਬਿਧੀ ਚੰਦ ਤੁਹਾਨੂੰ ਨਿਤਨੇਮ ਕਰਾਏਗਾ ਨਾ, ਜਦੋਂ ਭਾਈ ਬਿਧੀ ਚੰਦ ਤੁਹਾਨੂੰ ਸੰਗਤ ਵਿੱਚ ਬੈਠ ਕੇ ਸਿਮਰਨ ਕਰਾਏਗਾ ਤੇ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਬਿਧੀ ਚੰਦ ਹੋਰ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਹੋਰ ਹੈ। ਤੁਹਾਨੂੰ ਬਿਧੀ ਚੰਦ ਵਿੱਚੋਂ ਹੀ ਗੁਰੂ ਹਰਗੋਬਿੰਦ ਸਾਹਿਬ ਦਾ ਦੀਦਾਰ ਹੋਏਗਾ। ਇੰਨੀ ਵੱਡੀ ਬਖਸ਼ਿਸ਼ ਦਿੱਤੀ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸ ਰੂਪ ਬਣਾਇਆ, ਪੰਜ ਪਿਆਰੇ ਸਾਜਿਆ, ਆਪ ਵੀ ਮਹਾਰਾਜ ਨੇ ਪੰਜ ਕਕਾਰਾਂ ਦੀ ਵਰਦੀ ਪਾਈ ਤੇ ਮਹਾਰਾਜ ਕਹਿੰਦੇ ਇਹਨਾਂ ਨੂੰ ਵੇਖ ਕੇ ਮੇਰਾ ਰੂਪ ਦਿਸੇਗਾ, ਮੈਨੂੰ ਵੇਖ ਕੇ ਇਹਨਾਂ ਦਾ ਰੂਪ ਦਿਸੇਗਾ। ਐਸਾ ਗੁਰੂ ਸਾਹਿਬ ਜੀ ਨੇ ਤਾਲਮੇਲ ਬਣਾ ਦਿੱਤਾ। ਹੁਣ ਇੱਥੇ ਆਖਿਆ ਜੇ ਪ੍ਰਭ ਨੂੰ ਜਾਣਨਾ ਹੈ ਤੇ ਫਿਰ ਜਨ ਨੂੰ ਜਾਣਨਾ ਹੈ, ਜੇ ਜਨ ਨੂੰ ਜਾਣਨਾ ਤੇ ਫਿਰ ਸੁਆਮੀ ਨੂੰ ਜਾਣਨਾ। ਭਾਵ ਦੋਵਾਂ ਦੀ ਅਵਸਥਾ ਕਨਕ ਕਟਕ ਜਲ ਤਰੰਗ ਜੈਸੇ ਵਾਲੀ ਹੈ। ਇਸ ਲਈ ਪ੍ਰਭ ਤੇ ਜਨ ਜਾਣੀਜੈ, ਜਨ ਤੇ ਸੁਆਮੀ। ਜਨ ਤੋਂ ਪ੍ਰਭੂ ਦੀ ਸਮਝ ਆਏਗੀ ਔਰ ਸੁਆਮੀ ਪ੍ਰਭੂ ਤੋਂ ਜਨ ਦੀ ਸਮਝ ਆਉਂਦੀ ਹੈ। ਸਰੀਰ ਅਰਾਧ ਹੈ ਮੋਕ ਵਿਚਾਰ ਦੇਹੋ, ਰਵਿਦਾਸ ਸਮ ਦਲ ਸਮਝਾਵੈ ਕੋ। ਕਹਿੰਦੇ ਸਰੀਰ ਆਰਾਧ ਹੈ। ਆ ਜਿਹੜਾ ਮੈਨੂੰ ਹੁਣ ਸਰੀਰ ਮਿਲਿਆ ਮਨੁੱਖਾ ਜਨਮ ਵਾਲਾ, ਇਹਦੇ ਵਿੱਚ ਮੈਂ ਹੇ ਮਾਲਕ ਜੀ ਤੇਰੀ ਆਰਾਧਨਾ ਕਰਨਾ ਚਾਹੁੰਦਾ। ਤੇ ਇੱਕ ਦਿਨ ਆਪ ਜੀ ਨਾਲ ਸਾਂਝ ਪਾਈ ਸੀ। ਆਪ ਜੀ ਗੁਰਬਾਣੀ ਦੀ ਸਮਝ ਰੱਖਣ ਵਾਲਿਓ, ਇੱਕ ਜਪਣਾ ਹੈ, ਇੱਕ ਧਿਆਉਣਾ ਹੈ, ਇੱਕ ਆਰਾਧਨਾ ਹੈ। ਆਰਾਧਨਾ 24 ਘੰਟੇ ਜਾਗ ਰਹੇ ਹੋ ਸਰੀਰ ਕਰਕੇ, ਸੁੱਤੇ ਹੋ ਅੰਦਰ ਨਾਮ ਚੱਲ ਰਿਹਾ ਹੈ। ਸੁੱਤੇ ਪਿਆਂ ਵੀ ਰਾਮ, ਦਿਨ ਰਾਤ ਦਿਨ ਰਾਤੀ ਆਰਾਧੋ ਪਿਆਰੇ ਵਾਲੀ ਖੇਡ। ਕਹਿੰਦੇ ਨੇ ਸਰੀਰ ਆਰਾਧ ਹੈ। ਮੈਂ ਇਸ ਸਰੀਰ ਮਨੁੱਖਾ ਦੇਹੀ ਦੇ ਰਾਹੀਂ ਆਰਾਧਨਾ ਕਰਨਾ ਚਾਹੁੰਦਾ ਹਾਂ। ਮੋਕੋ ਵਿਚਾਰ ਦੇਹੋ, ਇਹ ਮਾਲਕ ਜੀ ਮੈਨੂੰ ਇੱਥੇ ਹੁਣ ਵਿਚਾਰ ਦਾ ਅਰਥ ਹੈ ਸਮਝ ਦਿਓ, ਸੋਝੀ ਦਿਓ। ਇੱਥੇ ਉਹ ਨਹੀਂ ਕਿ ਵਿਚਾਰ ਆਪਾਂ ਕਰਨੀ, ਇੱਥੇ ਹੈ ਸਮਝ ਦਿਓ। ਮੈਨੂੰ ਇੰਨੀ ਸਮਝ ਦੇ ਦਿਓ, ਇੰਨੀ ਸੋਝੀ ਦੇ ਦਿਓ ਕਿ ਮੈਂ ਇਸ ਮਨੁੱਖਤਾ ਵਾਲੇ ਸਰੀਰ ਵਿੱਚ ਰਹਿ ਕੇ ਤੁਹਾਡੀ ਆਰਾਧਨਾ ਕਰ ਸਕਾਂ, ਤੁਹਾਡੀ ਆਰਾਧਨਾ ਤੱਕ ਮੈਂ ਪਹੁੰਚ ਸਕਾਂ। ਰਵਿਦਾਸ ਜਿਨ੍ਹਾਂ ਦਾ ਇਹ ਪਾਵਨ ਸ਼ਬਦ ਹੈ, ਸਮ ਦਲ ਸਮਝਾਵੈ ਕੋ, ਜਿਹੜਾ ਮੇਰੇ ਸਮਕਾਲੀ, ਕਿਉਂਕਿ ਕਬੀਰ ਸਾਹਿਬ ਜਿਹੜੇ ਨੇ ਉਹ ਸਮਕਾਲੀ ਹੋਏ ਨੇ ਭਗਤ ਰਵਿਦਾਸ ਜੀ ਦੇ। ਤਾਂ ਹੀ ਤੇ ਉਹਨਾਂ ਦੇ ਸ਼ਲੋਕ ਵਿੱਚ ਜ਼ਿਕਰ ਮਿਲਦਾ ਹੈ, ਹਰਿ ਸਿਉ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਹੇਂਗੇ ਸਤ ਭਾਖੈ। ਰਵਿਦਾਸ ਇਹ ਸਮਕਾਲੀ ਨੇ। ਕਹਿਣ ਲੱਗੇ ਮੇਰਾ ਜਿਹੜਾ ਇਹ ਸਮੂਹ ਦਲ ਹੈ, ਜਿਵੇਂ ਸੰਗਤ ਕਹਿ ਲਈਏ, ਕਿ ਆਹ ਜਿਹੜੀ ਮੇਰੀ ਸਮਕਾਲੀ ਹੈ, ਇਹਨਾਂ ਵਿੱਚ ਕੋਈ ਤੇ ਐਸਾ ਹੋਵੇ ਜਿਹੜਾ ਮੈਨੂੰ ਸਮਝਾ ਕੇ ਉਸ ਨਿਰੰਕਾਰ ਨਾਲ ਜੋੜ ਦੇਵੇ, ਤਾਂ ਕਿ ਮੈਂ ਉਹਦੀ ਆਰਾਧਨਾ ਦਿਨ ਰਾਤ, ਹਰ ਸਵਾਸ, ਸਾਹ ਅੰਦਰ ਜਾਂਦਿਆਂ ਵੀ, ਸਾਹ ਬਾਹਰ ਆਉਂਦਿਆਂ ਵੀ, ਹਰ ਪਲ ਹਰ ਘੜੀ ਹਰ ਸਮੇਂ ਉਹਦੀ ਦਿਨ ਰਾਤ ਆਰਾਧਨਾ ਕਰ ਸਕਾਂ। ਮੈਨੂੰ ਕੋਈ ਐਸੀ ਗੱਲ ਸਮਝਾ ਦੇਵੇ ਜਾਂ ਐਸੀ ਸੂਝ-ਬੂਝ ਦੇ ਦੇਵੇ। ਅਸੀਂ ਕਿਹਦੇ ਕੋਲ ਆਉਣਾ ਹੈ? ਅਸੀਂ ਆ ਗੁਰੂ ਦੀ ਸੰਗਤ ਵਿੱਚ। ਸਮਦਲ ਕੌਣ ਹੈ? ਸਾਡੇ ਲਈ ਗੁਰੂ ਦੀ ਸੰਗਤ। ਤੇ ਗੁਰੂ ਦੀ ਸੰਗਤ ਵਿੱਚ ਆ ਕੇ ਅਸੀਂ ਵੀ ਇਹੀ ਕਹਿਣਾ ਹੈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਇੱਕ ਪਲ ਲਈ ਵੀ ਮੇਰੇ ਕੋਲੋਂ, ਅੱਖ ਝਮਕਣ ਜਿੰਨੇ ਸਮੇਂ ਲਈ ਵੀ ਮੇਰੇ ਕੋਲੋਂ ਉਹ ਵਿਸਰ ਨਾ ਜਾਵੇ। ਤੇ ਭਗਤ ਜੀ ਕਹਿੰਦੇ ਆ, ਮੈਨੂੰ ਵੀ ਕੋਈ ਐਸਾ ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋ ਸ਼ੁਭ ਰਸਨਾ ਦੀਜਹਿ ਪ੍ਰਾਨ ਅਕੋਰ। ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵੈਚਾਈ।
ਕਹਿੰਦੇ ਜੇ ਕੋਈ ਮਿਲ ਜਾਏ ਮੈਨੂੰ ਸਮਝਾ ਦੇਵੇ ਤੇ ਮੈਂ ਵੀ ਉਸ ਨਿਰੰਕਾਰ ਦੀ ਆਰਾਧਨਾ ਕਰਦੇ ਕਰਦੇ ਸਦਾ ਲਈ ਉਹਦੇ ਵਿੱਚ ਹੀ ਸਮਾ ਜਾਵਾਂ। ਜਿੱਥੇ ਆਪ ਜੀ ਨੇ ਲੜੀਵਾਰ ਗੁਰਬਾਣੀ ਵਿੱਚ ਸ਼੍ਰੀ ਰਾਗ ਦੇ ਇਸ ਪਾਵਨ ਸ਼ਬਦ ਵਿੱਚ ਭਗਤ ਰਵਿਦਾਸ ਜੀ ਦੀ ਸ਼ਬਦ ਦੀ ਵਿਚਾਰ ਨੂੰ ਜਾਣਨ ਦਾ ਯਤਨ ਕੀਤਾ ਹੈ, ਉੱਥੇ ਅੱਜ 15 ਭਗਤ ਸਹਿਬਾਨਾਂ ਵਿੱਚੋਂ ਭਗਤ ਧੰਨਾ ਜੀ ਦਾ ਵੀ ਅੱਜ ਪਾਵਨ ਪੁਰਬ ਹੈ। ਔਰ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਜਿਹੜੇ ਭਗਤ ਸਹਿਬਾਨ ਹੋਏ ਨੇ, ਇਹਨਾਂ ਦਾ ਜੀਵਨ ਸੁਣ ਸੁਣ ਕੇ ਅੰਦਰ ਭਗਤੀ ਦਾ ਜਾਗ ਲਾਇਆ। ਸਾਨੂੰ ਭੁਲੇਖਾ ਪੱਥਰ ਦਾ ਪਾ ਦਿੱਤਾ, ਠਾਕੁਰ ਦੇ ਨਾਮ ਤੇ ਭੁਲੇਖਾ ਪਾ ਦਿੱਤਾ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਕਿਉਂਕਿ ਉਹਦੇ ਉੱਤੇ ਹਿੰਟ ਦਿੱਤਾ ਹੈ। ਮਹੱਲਾ 5ਵਾਂ ਭਗਤਾਂ ਦਾ ਜ਼ਿਕਰ ਕੀਤਾ ਗਿਆ ਉਹਦੇ ਵਿੱਚ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛਿਪਰ ਹੋਇਓ ਲਖੀਣਾ। ਉਹਦੇ ਵਿੱਚ ਨਾਮਦੇਵ ਜੀ ਦਾ ਜ਼ਿਕਰ ਕੀਤਾ, ਕਬੀਰ ਸਾਹਿਬ ਜੀ ਦਾ ਜ਼ਿਕਰ ਕੀਤਾ, ਰਵਿਦਾਸ ਜੀ ਦਾ ਜ਼ਿਕਰ ਕੀਤਾ, ਔਰ ਸੈਣ ਨਾਈ ਜਿਹੜੇ ਆ ਸੈਨ ਭਗਤ ਸੈਨ ਜੀ ਦਾ ਜ਼ਿਕਰ ਕੀਤਾ। ਵੀ ਇਹ ਸਾਰੇ ਭਗਤਾਂ ਦੇ ਜੀਵਨ ਨੂੰ ਸੁਣਿਆ ਹੈ ਉਹਨਾਂ ਨੇ, ਇਹਨਾਂ ਦੇ ਜੀਵਨ ਨੂੰ ਜਾਣਿਆ ਹੈ ਉਹਨਾਂ ਨੇ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੇ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣ। ਇਹ ਸੁਣਿਆ ਸੀ, ਕਿਉਂਕਿ ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ। ਹੁਣ ਇੱਕੋ ਇੱਕ 15 ਭਗਤਾਂ ਵਿੱਚੋਂ ਇੱਕੋ ਹੀ ਨੇ ਜਿਨ੍ਹਾਂ ਨੂੰ ਜੱਟ ਰੋ ਕਹਿ ਕੇ ਗੁਰੂ ਸਾਹਿਬ ਨੇ ਆਖਿਆ। ਕਹਿਣ ਲੱਗੇ ਇਹ ਇੱਕੋ ਹੀ ਇੱਕ ਹੈ ਜਿਹਨੂੰ ਆਖਿਆ ਇਹ ਬਿਦ ਸੁਣ ਕੇ ਜੱਟ ਰੋ, ਭਾਵ ਜੱਟ ਸਨ ਉਹ। ਇਹ ਵਖੇਵਾ ਨਹੀਂ ਕਰਨਾ ਚਾਹੁੰਦੇ, ਇਹ ਦੱਸ ਰਹੇ ਨੇ ਕਿ ਉਦੋਂ ਅਵਸਥਾ ਇੱਕ ਜੱਟ ਵਾਲੀ ਹੈ, ਖੇਤੀਬਾੜੀ ਦਾ ਕੰਮ ਕਰਦੇ ਆ, ਜ਼ਮੀਨ ਵਾਹੀ ਕਰਦੇ ਆ, ਫਸਲ ਜਿਹੜੀ ਆ ਉਹ ਤਿਆਰ ਕਰਦੇ ਆ। ਪਰ ਜਦੋਂ ਇਹ ਅਵਸਥਾ ਸੀ ਉਦੋਂ ਜੱਟ ਰੋ ਵਾਲੀ ਅਵਸਥਾ ਸੀ। ਪਰ ਜਦੋਂ ਇਹ ਸਾਰਾ ਕੁਝ ਭਗਤ ਸਹਿਬਾਨਾਂ ਬਾਰੇ ਸੁਣਿਆ, ਇਹ ਨਾਮਦੇਵ ਜੀ ਦੀ ਜ਼ਿੰਦਗੀ ਕੈਸੀ ਸੀ, ਨਾਮਦੇਵ ਜੀ ਦਾ ਜੀਵਨ ਕੈਸਾ ਸੀ, ਰਾਂਗਣ ਰਾਂਗੋ ਸੀਵਨ ਸੀਵੋ RAM ਨਾਮ ਬਿਨ ਘੜੀ ਨਾ ਜੀਵੋ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ। ਜਦੋਂ ਇਹ ਸਾਰੇ ਜੀਵਨ ਸੁਣਿਆ ਤਾਂ ਭਗਤੀ ਦੇ ਵਿੱਚ ਅੰਦਰ ਰੰਗ ਵਿੱਚ ਰੰਗੇ ਗਏ ਆ। ਇਹ ਬਿਦ ਸੁਣ ਕੇ ਜੱਟ ਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵੱਡ ਭਾਗਾ। ਕਹਿੰਦੇ ਉਸ ਵੇਲੇ ਇਹ ਵੱਡ ਭਾਗਾ, ਵੱਡੇ ਭਾਗਾਂ ਵਾਲੇ ਹੋਏ ਆ ਜਦੋਂ ਇਹ ਸਾਰਾ ਕੁਝ ਸੁਣ ਕੇ ਅੰਦਰ ਭਗਤੀ ਦਾ ਜਾਗ ਲੱਗ ਗਿਆ। ਪਰ ਸਾਨੂੰ ਕਹਾਣੀ ਐਸੀ ਸੁਣਾ ਕੇ ਉਲਝਾ ਦਿੱਤਾ, ਅਸੀਂ ਆਖਿਆ ਭਗਤੀ ਦਾ ਰਾਹ ਛੱਡੋ, ਇਸ ਰਾਹ ਤੁਰ ਪਾਓ ਤੇ ਫਿਰ ਜਾ ਕੇ ਰੱਬ ਦੀਆਂ ਖੁਸ਼ੀਆਂ ਮਿਲਦੀਆਂ। ਨਹੀਂ, ਭਗਤ ਜੀ ਦੇ 3 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਤੇ ਇੱਕ ਤਾਂ ਆਪਾਂ ਰੋਜ਼ ਜਦੋਂ ਸ਼ਾਮ ਨੂੰ ਸੋਧਰ ਦੀ ਚੌਂਕੀ ਤੋਂ ਬਾਅਦ ਰੋਜ਼ ਅਸੀਂ ਪੜ੍ਹਦੇ ਹਾਂ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਉਹ ਕਹਿੰਦੇ ਜੋ ਜਨ ਤੇਰੀ ਭਗਤ ਕਰਨ ਤੇ, ਜਿਹੜੀ ਤੇਰੀ ਭਗਤੀ ਕਰਦੇ ਨੇ ਉਹਨਾਂ ਦੇ ਤੂੰ ਕਾਰਜ ਸਵਾਰਦਾ ਹੈ। ਤੇ ਅਸੀਂ ਇੱਕ ਜਿਹੜਾ ਸੀ ਠਾਕੁਰ ਸਾਲਗ੍ਰਾਮ ਦੇ ਨਾਮ ਤੇ ਉਹ ਪੱਥਰ ਲਿਆ ਕੇ ਤੇ ਉਹ ਆਖਿਆ ਵੀ ਇਹਦੇ ਵਿੱਚੋਂ ਦੀ ਪਰਮੇਸ਼ਵਰ ਨੇ ਕਾਰਜ ਸਵਾਰੇ। ਪਰ ਭਗਤ ਜੀ ਤਾਂ ਆਪ ਕੁਛ ਹੋਰ ਕਹਿ ਰਹੇ ਨੇ। ਭਗਤ ਜੀ ਕਹਿੰਦੇ ਨੇ ਜਿਹੜੇ ਤੇਰੀ ਭਗਤੀ ਕਰਦੇ ਆ ਉਹਨਾਂ ਦੇ ਤੂੰ ਕਾਰਜ ਸਵਾਰਦਾ ਹੈ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ। ਤੂੰ ਤੇ ਆਪਣੇ ਪਿਆਰਿਆਂ ਦੇ ਕਾਰਜਾਂ 'ਚ ਆਪ ਖਲੋਣਾ। ਵਿਦਵਾਨਾਂ ਨੇ 1415 ਦੇ ਵਿੱਚ ਇਹਨਾਂ ਦਾ ਜਿਹੜਾ ਉਹ ਪਾਵਨ ਪੁਰਬ ਮੰਨਿਆ ਹੈ। ਟਾਂਕ ਦਾ ਇਲਾਕਾ ਹੈ ਰਾਜਸਥਾਨ ਦੇ ਵਿੱਚ। ਤੁਹਾਡੇ ਵਿੱਚੋਂ ਕਈਆਂ ਨੇ ਉੱਥੇ ਜਾ ਕੇ ਦੀਦਾਰ ਵੀ ਕੀਤੇ ਹੋਣੇ ਆ। ਰਾਜਸਥਾਨ ਦੇ ਇਲਾਕੇ ਵਿੱਚ ਟਾਂਕ ਦਾ ਇਲਾਕਾ ਹੈ। ਉਹਦੇ ਵਿੱਚ ਫਿਰ ਜਦੋਂ ਅਸੀਂ ਜਾਈਏ ਤੇ ਉੱਥੇ ਭਗਤ ਧੰਨਾ ਜੀ 1415 ਦੇ ਵਿੱਚ ਜਿਹੜਾ ਉਹਨਾਂ ਦਾ ਪੁਰਬ ਹੁੰਦਾ ਹੈ, ਭਾਵ ਜਨਮ ਉਹਨਾਂ ਦਾ ਹੁੰਦਾ ਹੈ। ਤੇ ਫਿਰ ਜਦੋਂ ਇਹ ਭਗਤਾਂ ਦੀ ਇਹ ਭਗਤੀ ਦੀ ਵਾਲੀ ਲਹਿਰ ਵਿੱਚ ਆਉਂਦੇ ਆ ਤੇ ਜਦੋਂ ਅੰਦਰ ਭਗਤੀ ਦਾ ਰੰਗ ਚੜ ਜਾਂਦਾ ਹੈ ਤੇ ਫਿਰ ਉਹ ਵੀ ਇਹ ਸਮਝਦੇ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਮੇਰੇ ਮਾਲਕਾ, ਮੇਰੇ ਤੇਰੇ ਵਿੱਚ ਕੀ ਫਰਕ ਹੈ।
मैं ही तू आ, तू ही मैं आ, आपां दोवें एक आ, ते फिर मैं कुछ नहीं कर रहा, जो कुछ करदा तू ही करदा है। ये सारे कार्य तू ही कर रहा है, मैं तो अंदरों निकल ही गई। जब हम होते तब तू नहीं, अब तू ही मैं नहीं। हुण मैं नहीं आ, हुण जो कुछ है तू ही तू, तू ही तू, तू ही बोल रहा, तू ही सुन रहा, तू ही चल रहा, तू ही उठ रहा, तू ही बैठ रहा। ते जदों तू ही ते गल आ जाएगी, फिर कोई अपराध हो सकेगा साडे तो? कोई गुनाह, कोई अवगण, कोई बुराई रह जाएगी? कोई नहीं रह जाएगी। फिर असी पतत तो पावन हो जाएंगे। जिथे भगत धन्ना जी दे पावन पुरब दियां आप जी नूं बहुत बहुत ਵਧਾਈਆਂ ने, उत्थे अज 9वें पातशाह धन गुरु तेग बहादुर साहब महाराज जी का भी पावन पुरब है। धन धन पिता, धन धन कुल, धन धन सो जननी, जिन्हें गुरु जनिया माए। अमृतसर साहब सिफती दे घर विच गुरु के महल 6वें पातशाह मीरी पीरी दे मालक दल भंजन गुरु सूरमा गुरु हरगोबिंद साहब पातशाह जी दे घर विच माता नानकी जी दे कुख नूं भाग लाउंदियां होइयां सतगुरु गुरु हरगोबिंद साहब जी दे गृह विखे धन गुरु तेग बहादुर साहब महाराज जी का प्रकाश 1621 दे विच हुंदा है। सतगुरु गुरु हरगोबिंद साहब महाराज जी दे सब तो छोटे पुत्र 5वें थां ते गुरु तेग बहादुर साहब, इस तो पहला 4 भरा ने गुरु तेग बहादुर साहब महाराज जी दे, पर गुरु हरगोबिंद साहब जी ने जदों अपने पुत्र दे दीदार कीते है, इक्को गल कही कि त्याग प्यार ते वैराग दी मूरत ने। नाम भी उन्हां दा त्याग मल रखिया है कि ये त्याग दी मूरत, वैराग दी मूरत, प्यार दी मूरत है। और ये तिन्ने चीज़ां गुरु तेग बहादुर साहब जी दे जदों आपां शब्द पढ़ीए, गुरु साहब जी दे पावन श्लोक आपां पढ़दे हां ते ये तिन्ने चीज़ां साडे अंदर प्रगट होंदियां ने। वैराग भी पैदा हुंदा है, त्याग भी पैदा हुंदा है ते प्यार भी अंदर पैदा हुंदा है जदों असीं गुरु साहब जी दी बाणी नूं बड़े प्यार नाल भिज के पढ़दे सुणदे हां, क्योंकि साहब जी दी बाणी वैराग पैदा करदी है। गुरु साहब जी दी बाणी त्याग करना सिखाउंदी है, भी किहदा त्याग करना है, तुसीं काहदा त्याग करी बैठे हो। काम क्रोध लोभ मोह हंकार नूं त्यागना है। गुरु साहब जी दी बाणी निरंकार दे नाल प्यार पैदा करदी है। सतगुरु गुरु तेग बहादुर साहब महाराज जी जे गुरु हरगोबिंद साहब ने कहा प्रकाश वेले ही कह दिता, ते बचपन दे विच उन्हां दे अंदर ये त्याग वैराग प्यार नज़र आउंदा है। जदों अपने तन दा चोला उतार के एक गरीब दे तन नूं ढक दिंदे आ भी तैनूं मेरे नालों वध लोड़ है, ते उहदा पाटा होया बस्तर अपने तन ते पा लैंदे आ। सतगुरु महाराज गुरु हरगोबिंद साहब जी नूं पता लगा, क्योंकि माता नानकी जी ने थोड़ी इत्थे चिंता प्रगटाई भी देखो बाकियां दा तां मैनूं कोई नहीं, बाबा गुरदित्ता जी ने, सूरज मल जी ने, अणी राय जी ने, बाबा अटल जी ने, पर जिहड़े आ सब तो छोटे त्याग मल, इन्हां दी अवस्था वेख के सुभाव वेख के मैनूं थोड़ी चिंता हुंदी है। ते गुरु हरगोबिंद साहब ध्यान रखियो, वो आप गुरु नानक साहब दी जोत दे मालिक ने, वो सर्व कला समर्थ ने। ते साहब ने आख्या सी नानकी जी चिंता ना करो, चिंता नहीं करनी। क्यों? क्योंकि इन्हां ने वो महान, इन्हां दा आउणा ही इस करके है कि इन्हां ने एक महान कार्य करना है। जिथे अज तन उत्तों दी चोला उतार के किसी का तन ढकिया, अज तो शुरुआत हुई है। अज शुरुआत तो एक तो ही होनी है ना, अगों फिर अगां चलदियां चलदियां फिर इस संसार दे विच वाधा हुंदा जांदा है, पर शुरुआत एक तो ही हुंदी है। अज शुरुआत हुई है तन ढकण दी, पर एक दिन समा आएगा इन्ना कु वड्डी बख्शिश नाल कि अज एक दा तन ढकिया पूरे हिंदुस्तान दा पर्दा इन्हां ने कढना है।
ਪੂਰੇ ਹਿੰਦੁਸਤਾਨ ਦੇ ਵਿੱਚ ਜਿੰਨੇ ਵੀ ਆ ਕੇ ਪੁਕਾਰ ਕਰਨਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਪਰਦੇ ਕੱਜ ਲਓ, ਸਾਡੇ ਉੱਠਦੇ ਹੋਏ ਪਰਦਿਆਂ ਨੂੰ ਸਾਡੀ ਪੱਤ ਕੱਜ ਲਓ, ਸਾਡੇ ਧਰਮ ਬਚਾ ਲਓ। ਤੇ ਗੁਰੂ ਤੇਗ ਬਹਾਦਰ ਸਾਹਿਬ ਉਸ ਵੇਲੇ ਕਹਿੰਦੇ ਆ ਧਰਮ ਦੀ ਚਾਦਰ, ਅਸੀਂ ਹਿੰਦ ਦੀ ਚਾਦਰ ਕਹਿੰਦੇ ਆ, ਧਰਮ ਦੀ ਚਾਦਰ ਬਣ ਕੇ ਗੁਰੂ ਸਾਹਿਬ ਮਹਾਰਾਜ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹਾਂ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਹਾਂ ਨਾ ਛੋਡੀਐ। ਮਹਾਰਾਜ ਕਹਿੰਦੇ ਜਿਹਦੀ ਬਾਹ ਪਕੜ ਲਈ ਫਿਰ ਸਿਰ ਦੀ ਬਾਜੀ ਤਾਂ ਲੱਗ ਸਕਦੀ ਹੈ, ਪਰ ਜਿਹਦੀ ਬਾਹ ਪਕੜੀ ਹੈ ਉਹਦੀ ਬਾਹ ਨਹੀਂ ਕੋਈ ਛੁਡਾ ਸਕਦਾ। ਇਹ ਉਹ ਨੇ ਜਿਨ੍ਹਾਂ ਨੇ ਇੱਕ ਦਿਨ ਤਿਆਗ ਤੋਂ ਤੇਗ ਬਹਾਦਰ ਬਣਨਾ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਤਾਰਪੁਰ ਦੇ ਵਿੱਚ ਚੌਥੀ ਜੰਗ ਮਹਾਰਾਜ ਨੇ ਕੀਤੀ ਹੈ, ਤੇ ਉਸ ਚੌਥੀ ਜੰਗ ਦੇ ਵਿੱਚ ਜਦੋਂ ਆਪਣੇ ਜੌਹਰ ਤੇਗ ਦੇ ਵਿਖਾਉਂਦੇ ਆ ਤੇ ਸਾਹਿਬ ਨੇ ਆਖਿਆ, ਨਾਨਕੀ ਜੀ ਇੱਕ ਦਿਨ ਤੁਹਾਡੇ ਨਾਲ ਬਚਨ ਕੀਤਾ ਸੀ ਕਿ ਇਹ ਤਿਆਗ ਦੀ ਮੂਰਤ ਹੈ, ਇੱਕ ਦਿਨ ਤੇਗ ਬਹਾਦਰ ਵਾਲਾ ਗੁਣ ਪ੍ਰਗਟ ਹੋਏਗਾ। ਅੱਜ ਤੋਂ ਇਹਨਾਂ ਨੂੰ ਅਸੀਂ ਤੇਗ ਬਹਾਦਰ ਕਹਿ ਕੇ ਅਸੀਂ ਆਵਾਜ਼ ਮਾਰਨੀ ਜਾਂ ਬੁਲਾਉਣਾ ਹੈ। ਅੱਜ ਤੋਂ ਤਿਆਗ ਮਲ ਨਹੀਂ, ਤੇਗ ਬਹਾਦਰ ਇਹਨਾਂ ਦਾ ਨਾਮ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਨੰਦ ਕਾਰਜ ਜਿਹੜਾ ਹੈ ਉਹ ਮਾਤਾ ਗੁਜਰੀ ਜੀ, ਮਾਤਾ ਗੁਜਰ ਕੌਰ ਜੀ ਉਹਨਾਂ ਦੇ ਨਾਲ, ਕਿਉਂਕਿ ਉਹ ਵੀ ਬੜੇ ਤਿਆਗ ਦੇ ਤੇ ਸਬਰ ਦੇ ਪਿਆਰ ਦੀ ਮੂਰਤ ਨੇ। ਕਿੱਡਾ ਵੱਡਾ ਉਹਨਾਂ ਵਿੱਚ ਸਬਰ ਹੈ, ਕਿੰਨਾ ਵੱਡਾ ਉਹਨਾਂ ਵਿੱਚ ਤਿਆਗ ਦੀ ਵਾਲਾ ਗੁਣ ਹੈ, ਔਰ ਕਿੰਨਾ ਉਹਨਾਂ ਵਿੱਚ ਪਿਆਰ ਹੈ। ਇਹ ਅਸੀਂ ਜਦੋਂ ਮਾਤਾ ਗੁਜਰ ਕੌਰ ਜੀ ਦਾ ਜੀਵਨ ਪੜ੍ਹਾਂਗੇ ਤੇ ਜਾਂ ਫਿਰ ਜਦੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦੇ ਦਿਨ ਆਉਂਦੇ ਆ, ਅਸੀਂ ਉਦੋਂ ਮਾਤਾ ਜੀ ਦੇ ਜੀਵਨ ਨੂੰ ਜਾਣਨ ਦਾ ਯਤਨ ਕਰਦੇ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜੀਵਨ ਦੀ ਯਾਤਰਾ ਸ਼ੁਰੂ ਕੀਤੀ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਦੋਂ ਕੀਰਤਪੁਰ ਸਾਹਿਬ ਨੂੰ ਆਉਂਦੇ ਆ, ਉਦੋਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਤੇ ਮਾਤਾ ਨਾਨਕੀ ਜੀ, ਇਹਨਾਂ ਨੂੰ ਫਿਰ ਬਾਬੇ ਬਕਾਲਾ, ਬਾਬਾ ਸ਼ਬਦ ਆਪ ਜੀ ਨਾਲ ਪਿਛਲੀ ਵਾਰ ਸਾਂਝ ਪਾਈ ਸੀ ਕਿ ਇਹ ਸ਼ਬਦ ਗੁਰੂ ਹਰਿਕ੍ਰਿਸ਼ਨ ਸਾਹਿਬ ਵੇਲੇ ਜੁੜਿਆ। ਪਹਿਲੇ ਇਹਦਾ ਨਾਮ ਹੈ ਬਕਾਲਾ, ਇਹ ਪਿੰਡ ਦਾ ਨਾਮ ਹੈ, ਕਿਉਂਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਾਨਕਾ ਪਰਿਵਾਰ ਵੀ ਇੱਥੇ ਰਹਿੰਦਾ ਹੈ। ਇਹ ਨਾਨਕਾ ਪਰਿਵਾਰ ਰਹਿੰਦਾ, ਇਸ ਲਈ ਇੱਥੇ ਆਏ ਨੇ। ਇੱਥੇ ਆ ਕੇ ਉਹਨਾਂ ਨੇ ਪਰਮੇਸ਼ਵਰ ਦੀ ਬੰਦਗੀ ਕੀਤੀ ਹੈ। ਇੱਥੇ ਬੈਠ ਕੇ ਆਪ ਜਪੋ, ਅਵਰਹ ਨਾਮ ਜਪਾਵੋ। ਇੱਥੇ ਮਹਾਰਾਜ ਨੇ ਬੈਠ ਕੇ ਦੂਜਿਆਂ ਨੂੰ ਵੈਰਾਗ, ਤਿਆਗ ਤੇ ਪਿਆਰ ਵਾਲਾ ਗੁਣ ਜਿਹੜਾ ਦਿੱਤਾ ਹੈ। ਤਿਆਗ ਪਰਿਵਾਰ ਦਾ ਨਹੀਂ ਕਰਨਾ, ਤਿਆਗ ਧੀਆਂ ਪੁੱਤਰਾਂ ਦਾ ਨਹੀਂ ਕਰਨਾ, ਤਿਆਗ ਸੰਸਾਰ ਦਾ ਨਹੀਂ ਕਰਨਾ। ਜੇ ਤਿਆਗ ਕਰਨਾ ਹੈ ਤੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਬੁਰਾਈਆਂ ਦਾ ਕਰਨਾ ਹੈ। ਜੇ ਕੋਈ ਤਿਆਗ ਕੇ ਸਭ ਕੁਝ ਚੱਲਿਆ, ਸਭ ਕੁਝ ਤਿਆਗ ਕੇ ਚੱਲਿਆ, ਤੇ ਮਹਾਰਾਜ ਨੇ ਕਿਹਾ ਤੈਨੂੰ ਕਿਹਨੇ ਆਖਿਆ ਇਹ ਤਿਆਗ ਦੇ? ਤੂੰ ਚੱਲਿਆ ਪਹਾੜ ਦੀ ਚੋਟੀ ਤੇ ਜਾਂ ਜੰਗਲ ਦੀ ਗਹਿਰਾਈ ਵਿੱਚ ਜਾ ਕੇ ਕਿਸੇ ਦਰਖਤ ਹੇਠਾਂ ਜਾ ਕੇ ਬੈਠ ਜਾਏਗਾ? ਤੈਨੂੰ ਸਿੱਖਿਆ ਕਿਹਨੇ ਦੇ ਦਿੱਤੀ ਆ? ਇਹ ਤਿਆਗਣ ਲਈ ਤਾਂ ਤੈਨੂੰ ਆਖਿਆ ਹੀ ਕਿਸੇ ਨੇ ਨਹੀਂ। ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਜੇ ਤੂੰ ਤਿਆਗ ਕਰਨਾ ਹੈ ਆਪਣੇ ਅੰਦਰ ਦੀ ਬੁਰਾਈ ਦਾ ਕਰ, ਜੇ ਵੈਰਾਗ ਕਰਨਾ ਹੈ ਤਾਂ ਮਨ ਬੈਰਾਗ ਭਇਆ, ਦਰਸ਼ਨ ਦੇਖਨੇ ਕਾ ਚਾਉ ਅੰਦਰ ਬੈਰਾਗ ਬਣਾ। ਤੇ ਫਿਰ ਉਹਦੇ ਨਾਲ ਗੂੜਾ ਪਿਆਰ ਪਾ। ਜਦੋਂ ਤੂੰ ਤਿਆਗ, ਵੈਰਾਗ ਤੇ ਪਿਆਰ ਵਾਲਾ ਗੁਣ ਆਪਣੇ ਅੰਦਰ ਬਣਾ ਲੇਗਾ, ਤੈਨੂੰ ਜੰਗਲ ਵਿੱਚ, ਪਹਾੜ ਵਿੱਚ ਹੀ ਚੋਟੀ ਤੇ ਜਾਣ ਦੀ ਲੋੜ ਨਹੀਂ। ਤੂੰ ਘਰ ਬੈਠਿਆਂ ਹੀ ਉਸ ਮਾਲਕ ਨੂੰ ਪਾ ਸਕਦਾ ਹੈ। ਪਰ ਤੈਨੂੰ ਕਿਹਨੇ ਆਖਿਆ ਵੀ ਇਦਾਂ ਤਿਆਗ ਕਰਨ ਨਾਲ ਰੱਬ ਮਿਲਦਾ ਹੈ? ਸਤਿਗੁਰੂ ਜੀ ਨੇ ਇਹ ਸਿੱਖਿਆਵਾਂ ਦਿੱਤੀਆਂ। ਇੱਕ ਦਿਨ ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੁਖ ਤੋਂ ਨਿਕਲਿਆ, ਬਾਬਾ ਵਸੇ ਗ੍ਰਾਮ ਬਕਾਲੇ। ਉਹ ਹੁਣ ਬਕਾਲੇ ਨਾਲ ਬਾਬਾ ਸ਼ਬਦ ਜੁੜ ਗਿਆ। ਅੱਜ ਆਪਾਂ ਬਾਬਾ ਬਕਾਲਾ ਸਾਹਿਬ ਕਹਿੰਦੇ ਹਾਂ। ਕਿਉਂ? ਕਿਉਂਕਿ ਉਹ ਰੱਬੀ ਜੋਤ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਜੋਤ ਵਿੱਚ ਸਮਾ ਗਈ। ਤੇ ਜਦੋਂ ਸਮਾ ਗਈ
ਉਹ ਥਾਂ ਪਵਿੱਤਰ ਹੋ ਗਿਆ। ਜਿੱਥੇ ਜਾਏ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਪਰ ਉਹ ਭੁਲੇਖਾ ਆਪ ਜੀ ਨਾਲ ਸਾਂਝ ਪੈ ਚੁੱਕੀ ਹੈ ਕਿ ਉਹ ਬਾਬਾ ਭੁਲੇਖਾ ਜਿਹੜਾ ਸੀ ਉਹ ਪੈਣ ਕਰਕੇ ਧੀਰਮਲ ਨੂੰ ਮੌਕਾ ਮਿਲ ਗਿਆ। ਉਹਨੇ ਗੱਦੀ ਲਾਈ, ਬਾਕੀਆਂ ਨੂੰ ਵੀ ਮੌਕਾ ਮਿਲ ਗਿਆ ਵੀ ਜੇ ਧੀਰਮਲ ਗੱਦੀ ਲਾ ਕੇ ਬਹਿ ਸਕਦਾ ਤੇ ਅਸੀਂ ਕਿਉਂ ਨਹੀਂ। ਇੱਕ ਦੀ ਜਗ੍ਹਾ ਤੇ 22 ਗੱਦੀਆਂ ਲੱਗ ਗਈਆਂ। ਫਿਰ ਉਹ ਗੁਰੂ ਕਾ ਸਿੱਖ ਜਿਹੜਾ ਗੁਰੂ ਨੂੰ ਜਾਣਦਾ ਹੈ ਉਹਨੇ ਆ ਕੇ ਬਾਈਆਂ ਦਾ ਭਰਮ ਗੜ ਤੋੜ ਕੇ ਅਸਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨੀ ਆਪ ਵੀ ਲੱਗਾ ਤੇ ਹੋਰਾਂ। ਹੁਣ ਇਹ ਵੀ ਧਿਆਨ ਰੱਖਿਓ, ਜਿਹੜਾ ਦੇਹਧਾਰੀ ਕੋਲ ਜਾਏਗਾ ਉਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਕੋਲ ਲਿਆਏਗਾ? ਕਦੇ ਨਹੀਂ ਲਿਆਏਗਾ। ਜਿਹੜਾ ਮੜੀਆਂ ਮਸਾਣਾ 'ਚ ਜਾਏਗਾ ਉਹ ਕਦੀ ਕਹੇਗਾ ਗੁਰੂ ਗ੍ਰੰਥ ਸਾਹਿਬ ਕੋਲ ਆਓ? ਕਦੇ ਨਹੀਂ ਕਹੇਗਾ। ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣ ਵਾਲਾ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕੋਲ ਆਉਣ ਦੀ ਪ੍ਰੇਰਨਾ ਕਰੇਗਾ। ਪਰ ਜਿਹੜਾ ਆਪ ਅਧੂਰਿਆਂ ਕੋਲ ਜਾਂਦਾ ਉਹ ਪੂਰਿਆਂ ਕੋਲ ਕਿਵੇਂ ਜੁੜੇਗਾ? ਹੁਣ ਇਹ ਪੂਰੇ ਨਾਲ ਜੁੜਿਆ ਸੀ। ਇਹਨੇ ਆਖਿਆ ਗੁਰੂ ਲਾਦੋ ਰੇ, ਗੁਰੂ ਲਾਦੋ ਰੇ, ਪੂਰੇ ਨਾਲ ਜੁੜੋ, ਅਧੂਰੇ ਦੇ ਨਾਲ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਥੋਂ ਫਿਰ ਬਖਸ਼ਿਸ਼ਾਂ ਦੇ ਮਾਲਕ ਬਣ ਕੇ ਅੰਮ੍ਰਿਤਸਰ ਸਿਫਤੀ ਦੇ ਘਰ ਆਉਂਦੇ ਆ। ਹਾਲਾਂਕਿ ਪੁਜਾਰੀਆਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ, ਪਰ ਮਹਾਰਾਜ ਫਿਰ ਵੀ ਸੰਗਤ ਨੂੰ ਨਿਵਾਜ ਕੇ ਮਾਈਆਂ ਰੱਬ ਰਜਾਈਆਂ ਵਾਲਾ ਸ਼ਬਦ ਉੱਥੇ ਕਹਿ ਕੇ ਸਾਹਿਬ ਜੀ ਆਏ ਮਾਖੋਵਾਲ। ਇੱਥੇ ਆ ਕੇ ਜ਼ਮੀਨ ਖਰੀਦੀ ਹੈ, ਆਪਣੇ ਮਾਤਾ ਜੀ ਦੇ ਨਾਮ ਤੇ ਚੱਕ ਨਾਨਕੀ ਨਾਮ ਰੱਖਿਆ ਹੈ। ਇੱਥੇ ਫਿਰ ਉਸਾਰੀ ਸ਼ੁਰੂ ਕੀਤੀ ਹੈ। ਇੱਥੇ ਫਿਰ ਮਹਾਰਾਜ ਨੇ ਉਹ ਸਿੱਖਿਆਵਾਂ ਜਿਹੜੀਆਂ ਦੇਣੀਆਂ ਆਰੰਭ ਕੀਤੀਆਂ ਨੇ। ਪਾਵਨ ਸ਼ਬਦ, ਪਾਵਨ ਸ਼ਲੋਕ ਜਿਹੜੇ ਨੇ ਮਹਾਰਾਜ ਨੇ ਉਚਾਰ ਕੇ ਸਿੱਖ ਸੰਗਤਾਂ ਨੂੰ ਇਕੱਤਰ ਕੀਤਾ ਕਿ ਆਹ ਜਿਹੜਾ ਨਾਮ ਚੱਕ ਨਾਨਕੀ ਹੈ ਇੱਕ ਦਿਨ ਇਹਨੇ ਆਨੰਦ ਦੀ ਪੁਰੀ ਬਣਨਾ ਹੈ। ਇਸ ਲਈ ਆਓ ਬਿਨਾਂ ਕਿਸੇ ਵਿਤਕਰੇ ਦੇ, ਜਾਤ ਪਾਤ ਦੇ, ਧਰਮ ਦੇ, ਹਰ ਇੱਕ ਵਿਤਕਰਾ ਮਿਟਾ ਕੇ ਆਓ ਤੇ ਇਸ ਪੁਰੀ ਵਿੱਚੋਂ ਆਨੰਦ ਦੀ ਅਵਸਥਾ ਨੂੰ ਮਾਣੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਫਿਰ ਆਸਾਮ ਤੇ ਬੰਗਾਲ ਢਾਕੇ ਵੱਲ ਦਾ ਸਫ਼ਰ ਗੁਰੂ ਸਾਹਿਬ ਨੇ ਕੀਤਾ। ਤੇ ਜਿਹੜੇ ਜਿਹੜੇ ਰਾਹਾਂ ਤੋਂ, ਕੇਵਲ ਇਹ ਨਹੀਂ ਵੀ ਢਾਕੇ ਜਾਣਾ, ਆਸਾਮ ਬੰਗਾਲ ਜਾਣਾ, ਉਹ ਤੇ ਚਲੋ ਦੋ ਰਾਜਿਆਂ ਦਾ ਆਪਸੀ ਮੇਲ ਕਰਾਉਣਾ ਸੀ ਨਾ, ਪਰ ਮਕਸਦ ਗੁਰੂ ਸਾਹਿਬ ਦਾ ਇੱਕੋ ਹੀ ਸੀ ਕਿ ਤੁਸੀਂ ਆਓ, ਆ ਕੇ ਪਰਮੇਸ਼ਵਰ ਦੇ ਨਾਮ ਦੀ ਬੰਦਗੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਜਿਹੜੇ ਰਾਹਾਂ ਤੋਂ ਲੰਘੇ ਆ ਉਹਨਾਂ ਦੇ ਦੁੱਖ ਮਹਾਰਾਜ ਨੇ ਕੱਟੇ ਆ। ਜੇ ਅੱਜ ਆਪਾਂ ਪਟਿਆਲਾ ਦੇਖੀਏ, ਪਟਿਆਲੇ ਦੀ ਧਰਤੀ ਤੇ ਉਹ ਅਸਥਾਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਥੇ ਦੁੱਖ ਕੱਟੇ ਆ ਮਹਾਰਾਜ ਨੇ। ਪਤਾ ਹੀ ਨਹੀਂ ਕਿੰਨੀਆਂ ਥਾਵਾਂ ਤੇ ਗੁਰੂ ਸਾਹਿਬ ਨੇ ਰਹਿਮਤਾਂ ਵਰਤਾਈਆਂ। ਤੇ ਸਤਿਗੁਰੂ ਜੀ ਜਦੋਂ ਪਹੁੰਚਦੇ ਆ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਇਹ ਜਾਤ ਤਰਵੈਣੀ ਬਹੇ ਪੁੰਨ ਦਾਨ, ਦਿਨ ਕਰਤ ਬਤਏ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪਟਨੇ ਦੀ ਧਰਤੀ ਤੇ ਫਿਰ ਮਰਦ ਅਗੰਬੜੇ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਵਰਗੇ ਪੁੱਤਰ ਦੀ ਦਾਤ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਦੀ ਆ। ਪਰ ਆਪ ਆਸਾਮ ਤੇ ਬੰਗਾਲ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਆ। ਕਿੱਡਾ ਵੱਡਾ ਸਬਰ ਸੀ। ਕਈ ਸਾਲ ਮਹਾਰਾਜ ਨੇ ਉੱਥੇ ਬਿਤਾ ਕੇ ਫਿਰ ਮੇਲ ਹੋਇਆ। ਆਏ ਇੱਥੇ ਆ ਕੇ ਪਰਿਵਾਰ ਨਾਲ ਮੇਲ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਫਿਰ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੂੰ ਜ਼ਿੰਮੇਵਾਰੀਆਂ ਦੇ ਕੇ ਦਿੱਲੀ ਵੱਲ ਨੂੰ ਚੱਲ ਕੇ, ਜਿਹੜਾ ਪਹਿਲੇ ਦਿਨ ਇੱਕ ਗਰੀਬ ਦਾ ਤਨ ਢਕਿਆ ਸੀ ਬਸਤਰ, ਆਪਣਾ ਸਤਿਗੁਰੂ ਜੀ ਨੇ ਉਤਾਰ ਕੇ ਚੋਲਾ ਦਿੱਤਾ ਤੇ ਅੱਜ ਤਨ ਦਾ ਚੋਲਾ ਉਤਾਰ ਕੇ ਸਤਿਗੁਰੂ ਮਹਾਰਾਜ ਜੀ ਉਹਨਾਂ ਜਿਹੜੇ ਫਰਿਆਦੀ ਆਏ, ਜਿਨ੍ਹਾਂ ਦੀ ਬਾਂਹ ਪਕੜ ਕੇ ਆਖਿਆ ਸੀ ਕਿ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਂਹ ਨਾ ਛੋੜੀਏ ਵਾਲਾ ਫਰਜ਼ ਨਿਭਾਉਣ ਤੁਰੇ, ਐਸੇ ਸਰਬ ਕਲਾ ਸਮਰੱਥ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਪੁਰਬ ਦੀਆਂ ਆਪ ਸਮੁੱਚੀ ਸੰਗਤਾਂ ਨੂੰ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਆਪ ਨੂੰ ਬਹੁਤ ਬਹੁਤ ਵਧਾਈਆਂ ਨੇ। ਗੁਰਬਾਣੀ ਨਾਲ ਜੁੜੀਏ ਤੇ ਗੁਰਬਾਣੀ ਨਾਲ ਜੁੜ ਕੇ ਅਸੀਂ ਵੈਰਾਗ, ਪਿਆਰ, ਤਿਆਗ ਵਾਲਾ ਗੁਣ ਅੰਦਰ ਅਪਣਾਈਏ
ਤੇ ਗੁਰੂ ਸਾਹਿਬ ਤੋਂ ਬਲਿਹਾਰੇ ਜਾਈਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਤੇ ਮਾਣ ਨਾਲ ਆਪਾਂ ਕਹੀਏ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਬਤਾਇਆ, ਭੂਲੇ ਮਾਰਗ ਜਿਨ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਕਰ ਨਾਨਕ ਆਵੈ ਧਾਏ, ਕਰ ਨਾਨਕ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਤੇਗ ਬਹਾਦਰ ਸਿਮਰਿਆ, ਤੇਗ ਬਹਾਦਰ ਸਿਮਰਿਆ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ਣ, ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਜੋੜੀ ਰੱਖਣ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬਖਸ਼ ਦੇਣ ਗੁਰੂ ਪਾਤਸ਼ਾਹ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦਾ ਇਹ ਪਾਵਨ ਸ਼ਬਦ ਬਾਬਾ ਰਵਿਦਾਸ ਜੀ ਦਾ, ਇਹਨਾਂ ਪਾਵਨ ਪੰਕਤੀਆਂ ਨੂੰ ਹਿਰਦੇ ਵਿੱਚ ਵਸਾ ਲਈਏ ਜੀ। ਸਰੀਰ ਅਰਧ ਹੈ ਮੋਕੋ ਵਿਚਾਰ ਦੇਹੋ, ਰਵਿਦਾਸ ਸਮ ਦਲ ਸਮਝਾਵੈ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।